जो ਆਪਾਂ ਇਹਦਾ ਐਨਾਲਿਸਿਸ ਕਰੀ ਸੀ ਡਾਟੇ ਨੂੰ 16 ਸਾਲਾਂ ਦਾ ਡਾਟਾ ਸੀ 4 ਸਾਲਾਂ ਦੇ ਵਿੱਚ ਪ੍ਰੋਵਾਈਡ ਕਰ ਲਿਆ ਤੇ ਆਖੇ ਵੀ ਲੈਟ ਸੀ ਕਿ ਕੋਈ ਟ੍ਰੈਂਡ ਆਉਂਦਾ ਕਿਸੇ ਤਰ੍ਹਾਂ ਦਾ ਤੇ ਪਹਿਲੋਂ ਅਸੀਂ ਕੀਤਾ ਇਰੀਗੇਸ਼ਨ ਵਾਟਰ ਕੁਆਲਿਟੀ ਇੰਡੈਕਸ ਕੀਤਾ ਡਰਿੰਕਿੰਗ ਵਾਟਰ ਕੁਆਲਿਟੀ ਇੰਡੈਕਸ ਵੀ ਕੀਤਾ ਉਹ ਬਾਅਦ ਚ ਕਰਾਂਗੇ ਬਿਆਸ ਦੀ ਗੱਲ ਕਰਦਾ ਪਹਿਲਾਂ ਮੈਂ 4 ਸਾਲਾਂ ਦਾ ਕੀਤਾ ਤਾਂ ਕੁਆਲਿਟੀ ਦੇ ਹਿਸਾਬ ਨਾਲ ਆਪਾਂ ਦੇਖੀ ਜੋ ਵਾਟਰ ਕੁਆਲਿਟੀ ਇੰਡੈਕਸ ਉਸ ਹਿਸਾਬ ਨਾਲ ਦੈਟ ਇਰੀਗੇਸ਼ਨ ਵਾਸਤੇ ਐਕਸਲੈਂਟ ਹੀ ਰਿਹਾ ਪਾਣੀ ਭਾਵੇਂ ਆਪਾਂ 2004 ਤੋਂ 7 ਦੀ ਕਰੀਏ 2016 ਤੋਂ 20 ਤੱਕ ਕਰੀਏ ਤੇ ਜਿਹੜੀ ਅਸੀਂ ਗੱਲ ਕਰੀਏ ਈਵਨ ਪੁਆਇੰਟਸ ਦੀ ਗੱਲ ਕਰੀਏ ਆਪਣਾ ਲੋਕੇਸ਼ਨ ਦੀ ਗੱਲ ਕਰੀਏ ਤਲਵਾੜੇ ਤੋਂ ਲੈ ਕੇ ਬਿਆਸ ਤੱਕ ਹਰੀਕੇ ਤੱਕ ਮਿਲਦੀ ਤਾਂ ਵੀ ਇਰੀਗੇਸ਼ਨ ਦੇ ਹਿਸਾਬ ਨਾਲ ਪਰ ਇੱਕ ਚੀਜ਼ ਆਪਾਂ ਦੇਖੀ ਇਹਦੇ ਵਿੱਚ 2008 ਤੋਂ 11 ਦੇ ਵਿੱਚ 100% ਸੀਗਾ ਸਹੀ ਪੈਰਾਮੀਟਰ ਦੇ ਹਿਸਾਬ ਨਾਲ 2012 ਤੋਂ 2015 ਚ 100% ਸੀਗਾ ਹੁਣ ਫਿਰ 96% ਜਿਹੜਾ ਆ ਗਿਆ ਆਲਦੋ ਕਲਾਸਿਸ ਬਣਾਈਆਂ ਕਲਾਸ ਦੇ ਵਿੱਚ ਐਕਸਲੈਂਟ ਦੇ ਵਿੱਚ ਆ ਰਿਹਾ ਪਰ ਇੱਕ ਇੰਡੀਕੇਸ਼ਨ ਆ ਰਹੀ ਵੀ ਹਾਂ ਜਿਹੜੇ ਪਿਛਲੇ 4 ਸਾਲਾਂ ਦੇ ਵਿੱਚ ਰੈਲੇਟਿਵਲੀ ਜਿਹੜੀ ਆ ਉਹਦੀ ਕੁਆਲਿਟੀ ਜਿਹੜੀ ਆ ਇਰੀਗੇਸ਼ਨ ਦੇ ਹਿਸਾਬ ਨਾਲ ਉਹ ਮਾੜੀ ਹੋਈ ਡਰਿੰਕਿੰਗ ਵਾਟਰ ਆਫ ਕੋਰਸ ਵੈਲ ਦੈਟਸ ਮਾਰਜਨਲ ਫਿਰ ਦੇਖੀਏ ਪਿਛਲੇ 4 ਸਾਲਾਂ 16 ਤੋਂ ਲੈ ਕੇ 20 ਤੱਕ ਉਹ ਫੇਰ ਤੇ ਆ ਗਈ ਪਿਛਲੇ ਸਾਲਾਂ ਜਿਹੜੀ ਉਹ ਫੇਰ ਤੇ ਆ ਗਈ ਓਵਰਆਲ ਇਹ ਮਾਰਜਨਲ ਕੁਆਲਿਟੀ ਰਹੀ ਪੀਣ ਵਾਲੇ ਹਿਸਾਬ ਨਾਲ ਦੇਖੀਏ ਕੁਆਲਿਟੀ ਦੇ ਹਿਸਾਬ ਨਾਲ ਤਲਵਾੜੇ ਸ਼ੁਰੂ ਹੋ ਜਾਈਏ ਬਿਆਸ ਹਰੀਕੇ ਤੱਕ ਪਹਿਲੋਂ ਗੁੱਡ ਸੀਗੀ ਪਹਿਲੇ ਤੇ ਜਿਉਂ ਇਹ ਆਪਣੇ ਪੰਜਾਬ ਤੋਂ ਲੰਘਦਾ ਗਿਆ ਤੇ ਇਹਦੀ ਕੁਆਲਿਟੀ ਜਿਹੜੀ ਆ ਮਾਰਜਨਲ ਇਸੇ ਤਰ੍ਹਾਂ ਸਤਲੁਜ ਦਾ ਦੇਖੀਏ ਸਤਲੁਜ ਦਾ ਵੀ ਦੇਖੋ ਤੁਸੀਂ ਰੈਲੇਟਿਵਲੀ ਦੇਖੀਏ ਉਹਦੇ ਤੇ ਤਾਂ ਬਿਆਸ 'ਚ ਤਾਂ ਫਿਰ ਵੀ ਐਕਸਲੈਂਟ ਰਹਿ ਗਈ ਸੀ ਕੁਆਲਿਟੀ ਇਹਦੇ ਵਿੱਚ ਦੇਖੀਏ ਤਾਂ ਇਹ ਐਕਸਲੈਂਟ ਤੋਂ ਵੈਰੀ ਗੁੱਡ ਤੇ ਆ ਗਈ ਲਾਸਟ 4 ਸਾਲਾਂ ਦੇ ਵਿੱਚ ਔਰ ਜੇਕਰ ਅਸੀਂ ਦੇਖੀਏ ਡਾਊਨ ਸਟਰੀਮ ਜਦੋਂ ਜਾਂਦੇ ਆਪਾਂ ਅਪ ਸਟਰੀਮ ਨੰਗਲ ਤੋਂ ਸ਼ੁਰੂ ਕਰਕੇ ਸਤਲੁਜ ਜਿੱਥੇ ਹਰੀਕੇ ਤੋਂ ਨਾਲ ਜਿਹੜਾ ਕਨਫਲੂਐਂਸ ਹੁੰਦਾ ਉਹ ਤੱਕ ਜਾ ਕੇ ਉਹ ਵੈਰੀ ਗੁੱਡ ਜਾਂ ਗੁੱਡ ਤੱਕ ਪਹੁੰਚ ਗਈ ਇੰਡੀਕੇਟਸ that with the passage of the time ਜਿਹੜੀ ਸਾਡੀ ਕੁਆਲਿਟੀ ਵਾਟਰ ਕੁਆਲਿਟੀ ਇੰਡੈਕਸ ਉਹ ਸਾਡਾ ਡਿਕਰੀਜ਼ ਹੋ ਰਿਹਾ ਇਸੇ ਤਰ੍ਹਾਂ ਡਰਿੰਕਿੰਗ ਵਾਟਰ ਕੁਆਲਿਟੀ ਡਰਿੰਕਿੰਗ ਦਾ ਆਫ ਕੋਰਸ ਵੈਲ ਜਿਹੜੀ ਦੇਖੀ ਆਪਾਂ ਸਤਲੁਜ ਦੀ ਦੇਖੀ ਸਤਲੁਜ ਦੀ ਗੱਲ ਕਰਦੇ ਆਪਾਂ ਉਹ ਤੱਕ ਪਹੁੰਚ ਗਏ ਅਸੀਂ ਪੂਰ ਕੁਆਲਿਟੀ ਮਤਲਬ ਜਿਹੜੀ ਆਪਾਂ ਕਹਿੰਦੇ ਨਾ ਉਹ ਕਹਿੰਦੇ ਵੀ ਉਹਦਾ ਜਿਹੜਾ ਵਾਟਰ ਕੁਆਲਿਟੀ ਇੰਡੈਕਸ ਜਿਹੜਾ 45 ਤੋਂ ਲੈ ਕੇ ਕੋਈ 55 ਦੇ ਕਰੀਬ ਜਿਹੜਾ ਹੁੰਦਾ 100 ਦੇ ਵਿੱਚੋਂ ਆਪਾਂ ਦੇਖੀ ਉੱਥੋਂ ਤੱਕ ਅਸੀਂ ਪਹੁੰਚ ਗਏ ਆਹ ਸੀਗਾ ਸਾਰੀ ਗੱਲਬਾਤ ਜਿਹੜਾ ਅਸੀਂ ਬਸ ਜਸਟ ਕੋਸ਼ਿਸ਼ ਕੀਤੀ ਵੀ ਇਕੱਠਿਆਂ ਕਰਕੇ ਇੱਕ ਦਿਖਾਉਣ ਦੀ ਗੱਲ ਇਹ ਹੁਣ ਸਾਰਾ ਕੁਝ ਹੋ ਗਿਆ ਹੁਣ ਕਰਨਾ ਕੀ ਕਰਨਾ ਇਹ ਜਿਹੜੀ ਚੀਜ਼ਾਂ ਦੇਖੋ ਆਰਸੈਨਿਕ ਫਲੋਰਾਈਡ ਜਰੇਨੀਅਮ ਕੰਟੈਂਟ ਜਿਹੜੇ ਸੀ ਇੱਕ ਚੀਜ਼ਾਂ ਸਾਨੂੰ ਇਹ ਪਤਾ ਲੱਗੀ ਵੀ ਇਹ ਆਪਾਂ ਜੋ ਇਹ ਜ਼ਿਆਦਾ ਨੇ ਪਾਣੀ ਦੇ ਵਿੱਚ ਔਰ ਜੋ ਪੇਪਰ ਪੜ੍ਹ ਕੇ ਜਦ ਪਤਾ ਲੱਗਾ ਵੀ ਇਸ ਕਾਰਨ ਵੀ ਇੰਸੀਡੈਂਟਲੀ ਜਾਂ ਇਹ ਹਿਊਮਨ ਰੋਲ ਹੀ ਕਿਸੇ ਨਾ ਕਿਸੇ ਤਰ੍ਹਾਂ ਹਾਂ ਅਲਟਰਨੇਟ ਇਸ ਵੇਲੇ ਕੀ ਆ ਜੀ ਕਨਾਲ ਵਾਟਰ ਯੂਜ਼ ਕਰੋ ਰੈਲੇਟਿਵਲੀ ਇਟਸ ਬੈਟਰ ਕੁਆਲਿਟੀ ਜਿੱਦਾਂ ਕਿ ਤੁਹਾਨੂੰ ਮੈਂ ਦਿਖਾਇਆ ਵੀ ਜਿਹੜੀ ਕਨਾਲ ਵਾਟਰ ਦੇ ਨਾਲ ਜਿੱਦਾਂ ਡਿਜਲ ਜਾਂ ਦੂਸਰੇ ਪਿੰਡਾਂ ਦੇ ਵਿੱਚ ਮੈਂ ਦੱਸਿਆ ਬਲਾਕਾਂ ਦੇ ਵਿੱਚ ਦੱਸਿਆ ਸੀ ਵੀ ਹਾਂ ਪਾਣੀ ਰੈਲੇਟਿਵਲੀ ਬੈਟਰ ਹੈ ਦੈਟ ਕੈਨ ਬੀ ਯੂਜ਼ਡ ਐਂਡ ਦੈਟ ਕੈਨ ਬੀ ਯੂਜ਼ ਫॉर ਦ ਡੋਮੈਸਟਿਕ ਪਰਪਸ ਸੈਲੀਨੀਅਮ ਦੀ ਗੱਲ ਕਰੀਏ ਹਾਂ ਟਿਊਬਵੈਲ ਜਿਹੜੇ ਆ ਸ਼ੈਲੋ ਵਾਟਰ ਨਹੀਂ ਯੂਜ਼ ਕਰੋ ਡੀਪ ਟਿਊਬਵੈਲ ਜਿਹੜੇ ਆ ਉਹ ਕਰੋ ਕਣਕ ਦੇ ਹਿਸਾਬ ਨਾਲ ਜਿੱਦਾਂ ਮੈਂ ਤੁਹਾਨੂੰ ਆਖਿਆ ਸੀ ਵੀ ਹਾਂ ਵੀ ਕਣਕ ਦੇ ਵਿੱਚ ਸੈਲੀਨੀਅਮ ਕੰਟੈਂਟ ਜ਼ਿਆਦਾ ਤੇ ਉੱਥੇ ਲੋਕਾਂ ਨੂੰ ਅਸੀਂ ਇਹ ਐਡਵਾਈਜ਼ ਕਰਦੇ ਹਾਂ ਵੀ ਤੁਸੀਂ ਆਪ ਨਾ ਖਾਓ ਹਰ ਵਾਰੀ ਤੁਸੀਂ ਆਪ ਨਾ ਖਾਓ ਮੰਡੀ 'ਚ ਲਾ ਜਾਓ ਮਿਕਸ ਹੋ ਜਾਊਗੀ ਕੁਛ ਨਾ ਕੁਛ ਕਿਸੇ ਨਾ ਕਿਸੇ ਤਰ੍ਹਾਂ ਤੁਹਾਡਾ ਕੰਟੈਂਟ ਤੁਹਾਡੇ ਵਿੱਚ ਮਿਕਸ ਹੋ ਜਾਊ ਆਪਾਂ ਨਦੀਆਂ ਦੀ ਗੱਲ ਕਰੀਏ ਸਤਲੁਜ ਰਿਵਰ ਆਫ ਕੋਰਸ ਦੈਟ ਵਾਜ਼ ਮੋਰ ਪੋਲਿਊਟਡ ਦੈਨ ਦਾ ਬਿਆਸ ਹੌਟਸਪੌਟ ਜਿਹੜੀ ਤੁਹਾਨੂੰ ਦੱਸਿਆ ਸੀਗਾ ਬੁੱਢਾ ਨਾਲਾ ਇਜ਼ ਵਨ ਆਫ ਦੈਮ ਬੁੱਢੇ ਨਾਲੇ ਦੀ ਆਪਾਂ ਗੱਲ ਕਰਦੇ ਈਸਟ ਬੇਈ ਦੀ ਵੀ ਗੱਲ ਕਰਦੇ ਹਾਂ ਉਹ ਵੀ ਜਿਹੜੇ ਸੀਗੇ ਇਹਨਾਂ ਦੇ ਵਿੱਚ ਵੀ ਜਿਹੜੀ ਪੋਲੂਸ਼ਨ ਵੱਧ ਰਹੀ ਹੈ ਪੈਰਾਮੀਟਰ ਪੋਲੂਸ਼ਨ ਵਾਲੇ BOD COD FCLI TCLI ਜਿਹੜੇ ਆ ਲੌਂਗ ਟਰਮ ਜਿਹੜੇ ਇੰਕਰੀਜ਼ਿੰਗ ਟ੍ਰੈਂਡ ਨੇ ਸਾਨੂੰ ਹੁਣ ਤੋਂ ਹੀ ਸੋਚਣਾ ਸ਼ੁਰੂ ਕਰਾਂਗੇ ਆਪਾਂ ਤਾਂ ਹੀ ਆ ਨਹੀਂ ਤਾਂ ਹੌਲੀ ਹੌਲੀ ਜਿੱਦਾਂ ਤੁਹਾਨੂੰ ਟ੍ਰੈਂਡ ਦਿਖਾਏ ਨੇ ਐਕਸਲੈਂਟ ਤੋਂ ਗੁੱਡ ਤੇ ਆ ਗਏ ਜਾਂ ਐਕਸਲੈਂਟ ਤੋਂ ਫੇਅਰ ਤੇ ਆ ਗਏ ਜਾਂ ਫਿਰ ਗਾਂਹ ਜਾਂਦਿਆਂ ਤੇ ਫਿਰ ਬਹੁਤ ਜ਼ਿਆਦਾ ਮਾੜਾ ਹਾਲ ਹੋ ਜਾਊ ਰੈਗੂਲਰ ਮੋਨੀਟਰਿੰਗ that should be required and well of course last but not least enforcement regulation they should be there ਜਦ ਤੱਕ ਉਹ ਨਹੀਂ ਲੱਗਦੇ ਨਾ ਤਦ ਤੱਕ ਨਹੀਂ ਆਪਾਂ ਕਿਸੇ ਪਾਸੇ ਵੀ ਕੁਝ ਵੀ ਕਰ ਸਕਦੇ ਜਿਹੜੇ ਕੰਮ ਵਾਸਤੇ ਅਸੀਂ ਤੁਰੇ ਹਾਂ ਕਿ ਸਹੀ ਤਰ੍ਹਾਂ ਆਪਾਂ ਪਹੁੰਚਣਾ ਤਾਂ ਸਾਨੂੰ ਜਾਂ ਗਵਰਨਮੈਂਟ ਨੂੰ ਐਨਫੋਰਸਮੈਂਟ ਜਿਹੜੇ ਆ ਰੈਗੂਲੇਟ ਕਰਨੀ ਥੈਂਕ ਯੂ थैंक यू डॉक्टर धर्मेंद्र सिंह जी आपने हमको पूरे पंजाब का एक ओवरव्यू दिया जो पोल्यूशन के हालात हैं जो दरिया के जो हालात हैं जिस और ये बात हम लोग तो लुधियाना को लेकर के आगे बढ़ रहे हैं लेकिन कमोबेश ये प्रॉब्लम पूरी कंट्री के अंदर है हम सब जगह के लिए नहीं कर सकते हमारे जो रिसोर्सेज हैं
वो नाकाफ़ी हैं लुधियाना के लिए भी, तो हम यहाँ फोकस कर रहे हैं। लेकिन ये प्रॉब्लम सब जगह है और काफ़ी अच्छा व्यू दिया पूरे पंजाब के अंदर क्या सिचुएशन है। और दूसरा PAU इस ये पायनियर इंस्टीट्यूशन, ये लोग काफ़ी अप्लाइड रिसर्च करते हैं और हम लोग इनसे दूसरी एक और इंस्टीट्यूशन अच्छी है GNE, तो हम लोग ये इनसे मिल करके और इनको रिक्वेस्ट कर सकते हैं कि पोल्यूशन के ऊपर खास करके ध्यान दे करके प्रैक्टिकल एक्टिव प्रोजेक्ट्स ले करके और रिसर्च आगे बढ़ावें। तो इससे भी देखो क्या है, हम कुछ बोलते हैं NGO, तो पॉलिटिशियंस एंड ब्यूरोक्रेट्स उनको क्या समझ में आता है मालूम नहीं। लेकिन अगर आप PAU वाले कुछ बोलेंगे, यूनिवर्सिटी वाले एकेडमिशियंस कोई रिपोर्ट पब्लिश करेंगे, निकालेंगे और एक्चुअल डाटा देंगे, तो उसका बहुत असर पड़ेगा। सो थैंक यू डॉक्टर धर्मेंद्र सिंह जी। नाउ आई टेक द नेक्स्ट स्पीकर। नेक्स्ट स्पीकर इज डॉक्टर हरविंदर सिंह सैनी जी फ्रॉम GNDU अमृतसर। ही इज PhD इन माइक्रोबायोलॉजी के अंदर PhD हैं और प्रोफेसर एंड डीन हैं इस समय GNDU में लाइफ साइंसेज के। इनका एरिया जो है वो इन्वायरमेंटल माइक्रोबायोलॉजी है। तकरीबन 30 साल का एक्सपीरियंस है। इनको देख के लगता नहीं है कि इतने एक्सपीरियंस होगा इनका। ही लुक्स वेरी यंग। इन्होंने 80 रिसर्च पेपर पब्लिश किए हैं और एक बुक चैप्टर भी लिखा है। इन्होंने 15 PhD स्टूडेंट्स को गाइड किया है और उनको PhD मिल चुकी है। और डॉक्टर सैनी और इनके स्टूडेंट्स सस्टेनेबल ये बायो रेमेडियन के ऊपर, सस्टेनेबिलिटी थ्रू बायो रेमेडियन, restoration of self-cleansing capacity of polluted water bodies and soil। इन्होंने एक जो रिसर्च किया है, मैं इनकी डिटेल्ड CV भी देख रहा था, तो उसमें एक चीज इन्होंने ये कहा है कि जो बायो रेमेडियल है पोल्यूशन का वही लास्टिंग रेमेडी है और वही चीपर रेमेडी है। लेकिन प्रोसेस स्लो है और उसको लंबा देना पड़ेगा। जो ट्रीटमेंट प्लांट्स हैं तो उनको लंबा एक्सपोजर ट्रीटमेंट का देना पड़ेगा। हमारे यहाँ हालत ये है कि जो कैपेसिटी है ट्रीटमेंट प्लांट्स की उससे 3 गुना ज्यादा एफ्लुएंट आ रहा है, तो वो जितना देना चाहिए वो भी नहीं दे सकते हैं। तो एक तो इनका ये है। और इन्होंने जो एक और स्टडी की है ऑन STPs एंड ETPs, ये कहते हैं कि ये सीरियसली कॉम्प्रोमाइज्ड हैं। इनके पास कोई भी माइक्रोबियल इनोकुलर नहीं है। इनकी जो फिजियोलॉजिकल स्ट्रक्चर्स हैं वो एडवर्स हैं, तो ये काम नहीं करते हैं। ये हकीकत है, ये हम लोगों ने भी देखा, ये काम कर ही नहीं सकते। जो इनका जो रिसीट है, जो इन पे ट्रीट करने के लिए आ रहा है डिस्चार्ज, वो नहीं कर सकते। सो अब मैं बहुत टाइम नहीं लूंगा। अब मैं रिक्वेस्ट करूंगा डॉक्टर सैनी से कि प्लीज टेक द माइक। थैंक यू। Thank you. This initiative, they have given me chance to meet all the dignitaries and those who are continuously working on this aspect. And maybe I should, मैं पंजाबी जी बोलना ठीक है? No problem. Just out of continuity. So basically मेरा काम थोड़ा डॉक्टर शारदा ने ते डॉक्टर ने पहला easy करता है, because he talked about biodiversity and he talked about the pollution levels. So nobody is worrying about my microbes. Everybody is worried about themselves. But microbes are the first things that are taking the brunt of everything. सब तो पहला जी चीज़ है कि वो माइक्रो ऑर्गेनिज्म के उत्ते ही पैंदी है, because they have to survive in the environment. उन्हां वास्ते कोई भी प्रोटेक्शन नहीं है। They can't avoid this. They have to survive in the environment, because जे दुनिया पे लाइफ चल रही है, कार्बन साइकिल, नाइट्रोजन साइकिल, एवरीथिंग, सारा कुछ जिहड़ा हैगा वो माइक्रोब ही चला रहे। तो जे
ਅਸੀਂ ਮਾਈਕਰੋਬਾਇਓਲੋਜੀ ਬਾਰੇ ਪੜ੍ਹਦੇ ਆ ਤੇ ਕਹਿੰਦੇ ਆ ਵੀ ਮਾਈਕਰੋਬ ਇਹੋ ਜਿਹੀ ਚੀਜ਼ ਹੈ ਜਿਹੜੀ ਕਦੇ ਸਟ੍ਰਾਈਕ ਤੇ ਨਹੀਂ ਜਾਂਦੀ। ਜੇ ਕਿਸੇ ਦਿਨ ਉਹ ਸਟ੍ਰਾਈਕ ਤੇ ਚਲੇ ਗਏ ਤੇ ਫਿਰ ਪਤਾ ਲੱਗ ਜਾਏਗਾ ਵੀ ਕੀ ਹੁੰਦਾ ਹੈ ਤੇ ਦੁਨੀਆ ਦੇ ਉੱਤੇ ਕਿੰਨੇ ਕੂੜੇ ਦੇ ਢੇਰ ਲੱਗਣਗੇ ਤੇ ਕੀ ਹੋਏਗਾ। ਸੋ ਦਿਸ ਇਜ਼ ਡਿਫਰੈਂਟ ਆਸਪੈਕਟ ਔਨ ਦਿਸ। ਸੋ ਜਿਹੜੇ ਮਾਈਕਰੋਬਸ ਹੈਗੇ ਆ ਦੇ ਆਰ ਅਡੈਪਟਿੰਗ well to the system, and I'll just run through this. This is just a general thing because मैं सोचा सीगा भी environmentalist सारे हैगे थोड़ा जब मैं अपनी microbiology पढ़ा दूंगा, but I'll just run through that thing. So very small things, and जिदा microbiology कहने ਜਿਹੜੀ चीज़ देखी नहीं जा सकती वो है, but main thing is that इन्हां दा number बहुत ज़्यादा है। So ਜਿਹੜੇ कि ਕੰਮ ਦੇ microorganism है वो इन्ने ज़्यादा number ਦੇ ਵਿੱਚ हैगे हैं that somehow they are sustaining the world, even जिन्नी कि ਅਸੀਂ ਅੱਜ ਕੱਲ੍ਹ ਕਰ ਚੁੱਕੇ ਹਾਂ ਕੰਟਾਮੀਨੇਸ਼ਨ ਜਾਂ ਪੋਲੂਸ਼ਨ ਕਰ ਚੁੱਕੇ ਹਾਂ ਉਹ ਆਪਣਾ ਕੰਮ ਕਰਦੇ ਪਏ। ਸੋ ਦਿਸ ਜਸਟ ਔਨ ਦਾ ਪਲੇਟਸ ਦੈਟ ਹਾਊ ਯੂ ਕੈਨ ਸੀ them ਮਾਈਕਰੋਸਕੋਪ ਨਾਲ ਦੇਖਣੇ ਪੈਂਦੇ, ਬੜੇ ਅਸੀਂ ਪਲੇਟ ਤੇ ਗਰੋ ਕਰਦੇ ਬਹੁਤ ਵਧੀਆ ਚੀਜ਼ਾਂ ਦੇਖਣ ਨੂੰ ਮਿਲਦੀਆਂ ਜਦੋਂ ਪਲੇਟਾਂ ਦੇ ਉੱਤੇ ਗਰੋ ਕਰਦੇ ਆ ਆਪਣੇ ਆਪਣੇ ਰੰਗ ਦਿਖਾਉਂਦੇ। ਐਂਡ ਦਿਸ ਇਜ਼ ਵਟ ਅਸੀਂ ਉਸ ਹਿਸਾਬ ਨਾਲ ਉਹਨਾਂ ਨੂੰ ਪਛਾਣਦੇ ਹਾਂ ਵੀ ਕਿਹੜਾ ਕਿਹੜਾ ਹੈਗਾ। ਸੋ ਦਿਸ ਇਜ਼ ਅੰਡਰ ਦਾ ਮਾਈਕਰੋਸਕੋਪ। ਇਹ ਇਲੈਕਟ੍ਰੋਨ ਮਾਈਕਰੋਸਕੋਪ ਹੈਗਾ ਤੇ ਜੇ ਤੁਸੀਂ ਇਹਨੂੰ ਜੱਜ ਕਰ ਸਕਦੇ ਹੋ ਕੀ ਹੈ, ਇਹ ਇੱਕ ਜਿਹੜਾ ਹੈਲਦੀ ਪਰਸਨ ਹੈ ਉਹਦੇ ਟੰਗ ਦਾ ਮਾਈਕਰੋਫਲੋਰਾ। ਸਾਡਾ ਜਿਹੜਾ ਸਰੀਰ ਹੈਗਾ ਉਹਦੇ ਵਿੱਚ ਸਾਡੇ ਸੈਲਸ ਨਾਲੋਂ 5 ਗੁਣਾ ਜ਼ਿਆਦਾ ਮਾਈਕਰੋਬ ਰਹਿੰਦੇ। ਸਾਡਾ ਆਪਣਾ ਮਾਈਕਰੋਬਾਇਓਮ ਹੈ, ਮਾਈਕਰੋਬ ਦਾ ਜੰਗਲ ਹੈ। ਜੇ ਉਹ ਨਾ ਹੋਣ ਤਾਂ ਸਾਡਾ ਸਰੀਰ ਕੰਮ ਨਹੀਂ ਕਰੇਗਾ ਤੇ ਕਈ ਚੀਜ਼ਾਂ ਅਸੀਂ ਨਹੀਂ ਕਰ ਸਕਦੇ। ਸਾਡੀ ਪਰਸਨੈਲਿਟੀ, ਸਾਡੀ ਆਊਟਲੁੱਕ ਤੇ ਬਹੁਤ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਸਟੱਡੀਜ਼ ਆ ਰਹੀਆਂ ਦੇ ਆਰ ਬੀਇੰਗ ਗਵਰਨਡ ਬਾय ਮਾਈਕਰੋਬੀਅਲ ਐਕਟੀਵਿਟੀ। ਸੋ ਇਹ बहुत कुछ हैगा साढ़े अंदर माइक्रोब्स ही काम करते पे तो बाहर भी काम करते पे। सो इकोलॉजी जी अज असीं गल करते पे हैं तो माइक्रोब्स आर द पार्ट हैगे तो लाइफ जी चलती पई है। जो असीं बेसिक लैवल से देखते हैं जो असीं जाके काम करना तो इट्स ऑल इंटरैक्शनस, सारे इंटरैक्शनस हैगे एक दूसरे इंटरैक्ट कर रहे। प्लांट माइक्रोब, एनिमल माइक्रोब, माइक्रोब सारे एक दूसरे नाल गलबात करते थे, अपना अपना योगदान या अपनी कॉन्ट्रीब्यूशन दिंदे रहे। सो ਵਾਈ ਮਾਈਕਰੋਬਸ ਅਸੀਂ ਦੇਖਦੇ ਹੈਗੇ ਵੀ ਅਰਥ ਦੇ ਸਾਡੀ ਕਿੰਨੀ ਲਾਈਫ ਹੈ ਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਅਰਾਊਂਡ ਸਿੰਪਲ ਸੈੱਲ ਜਿਹੜੇ ਹੈਗੇ ਆ 4 ਬਿਲੀਅਨ ਈਅਰਸ ਅਗੋ ਉਹ ਆ ਗਏ ਸੈੱਲ ਉੱਤੇ ਅਰਥ ਦੇ ਉੱਤੇ। ਐਂਡ ਅਸੀਂ ਬਹੁਤ ਲੇਟ ਆਏ, ਬਟ ਜਿਹੜੇ ਅਸੀਂ ਹੁਣ ਕੈਮੀਕਲਸ ਦੀ ਗੱਲ ਕਰਦੇ ਹਾਂ ਜਿਹਦੇ ਕਰਕੇ ਅਸੀਂ ਪੋਲਿਊਸ਼ਨ ਕਰ ਰਹੇ ਹਾਂ ਜਾਂ ਕੁਛ ਹੈਗੇ, ਐਵੋਲਿਊਸ਼ਨ ਦਾ ਟਾਈਮ ਫਰੇਮ ਬਹੁਤ ਵੱਡਾ ਤੇ ਜਿਹੜੀ ਐਂਥਰੋਪੋਜੈਨਿਕ ਕੈਮੀਕਲਸ ਜਿਹੜੇ ਸਾਰਾ ਕੁਝ ਦੱਸਿਆ ਤੇ ਜੀਓਜੈਨਿਕ ਨੂੰ ਛੱਡ ਕੇ ਐਂਥਰੋਪੋਜੈਨਿਕ ਜਿੰਨੇ ਵੀ ਹੈਗੇ ਸਾਨੂੰ 100 ਸਾਲ ਹੀ ਹੋਏ ਹਾਲੇ। ਤੇ ਜਿਹੜੀ ਲਾਈਫ ਦੀ ਐਵੋਲਿਊਸ਼ਨ ਨਾਲ ਜੋ ਡਿਵੈਲਪਮੈਂਟ ਹੋਈ ਹੈ ਉਹ ਬਹੁਤ ਸਲੋ ਹੋਈ ਹੈ ਤੇ ਬਹੁਤ ਲੰਬੇ ਟਾਈਮ 'ਚ ਹੋਈ ਹੈਗੀ। ਬਟ ਜਿਹੜਾ ਕਹਿੰਦੇ ਐਵੋਲਿਊਸ਼ਨ ਦਾ ਬੇਸਿਕ ਰੂਲ ਹੈ ਸਰਵਾਈਵਲ ਆਫ ਦਾ ਫਿਟੈਸਟ, ਉਹੀ ਸਰਵਾਈਵ ਕਰੇਗਾ ਜਿਹੜਾ ਫਿਟ ਹੈ। ਸੋ ਜੇ ਮਾਈਕਰੋਬ ਇੰਨੇ ਪੋਲੂਟਡ ਇਨਵਾਇਰਮੈਂਟ 'ਚ ਸਰਵਾਈਵ ਕਰ ਰਹੇ ਹੋ, ਕੁਛ ਨਾ ਕੁਛ ਕਰ ਰਹੇ ਆਪਣੇ ਲੈਵਲ ਤੇ ਫਿਟ ਰਹਿਣ ਵਾਸਤੇ, ਅਡੈਪਟ ਕਰਨ ਲਈ, ਉਹ ਚੀਜ਼ ਜਿਹੜੀ ਹੈਗੀ ਆ ਉਹ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਤੇ ਉਹਨਾਂ ਤੋਂ ਕੰਮ ਵੀ ਅਸੀਂ ਸਾਡੇ ਲਈ ਲੈਣਾ ਥੋੜਾ ਜਿਹਾ ਔਖਾ ਹੋ ਰਿਹਾ। ਬਟ ਲੈਟਸ ਸੀ ਦੈਟ ਵਿਦ ਮੋਰ ਸਾਇੰਸ ਡਿਵੈਲਪਮੈਂਟਸ ਵੀ ਕੈਨ ਗੈਟ ਇਨਟੂ ਦੈਟ ਥਿੰਗ। ਸੋ ਇਹ ਤੁਹਾਡੇ ਲਈ ਨਾਰਮਲ ਚੀਜ਼ਾਂ ਜਿਹੜੀਆਂ ਆਪਾਂ ਇੱਥੇ ਡਿਸਕਸ ਕਰ ਰਹੇ that all these things, these are all known as persistent organic pollutants. These are the big field for us in microbiology. ਅਸੀਂ ਇਹਨਾਂ ਨੂੰ ਤੋੜਨਾ ਕਿੱਦਾਂ, that how they can be broken down. ਐਂਡ ਇਹ ਹੌਲੀ ਹੌਲੀ ਲਿਸਟ ਵਧੀ ਜਾ ਰਹੀ ਹੈ। 12 ਆਏ ਸੀਗੇ, ਹੁਣ 9 ਹੋਰ ਹੋ ਗਏ। ਐਂਡ ਦੇ ਆਰ ਡਿਫਰੈਂਟ ਥਿੰਗਸ। ਐਂਡ ਜਿੰਨਾ ਅੱਜ ਕੱਲ੍ਹ ਆ ਗਏ CEC ਕਹਿੰਦੇ ਹੈ ਕੈਮੀਕਲਸ ਆਫ ਐਨਵਾਇਰਮੈਂਟਲ ਕੰਸਰਨ, ਐਜ਼ ਡਾਕਟਰ ਸਾਹਿਬ ਹੈਜ਼ ਸੈਡ ਦੈਟ ਜਿੱਦਾਂ ਜਿੱਦਾਂ ਵੀ ਹੈਵ ਇਨਕਰੀਜ਼ ਦ ਲੈਵਲ ਆਫ ਡਿਟੈਕਸ਼ਨ, ਹੁਣ ਨਵੇਂ ਨਵੇਂ ਇੰਸਟਰੂਮੈਂਟ ਆ ਰਹੇ ਵੀ ਜਿਹੜਾ ਮਿਨੀਮਮ ਵੀ ਹੈਗਾ ਵਿਚ ਆਰ ਅਫੈਕਟਿੰਗ ਆਰ ਹਾਰਮੋਨਸ, ਉਹ ਸਾਰੇ ਐਂਡੋਕਰਾਈਨਲ ਸਿਸਟਮ ਨੂੰ ਕਰਦੇ ਹੈਗੇ, ਉਹ ਬਹੁਤ ਮਾਈਨਿਊਟ ਕੁਆਂਟੀਟੀ ਆਉਂਦੇ ਹੈਗੇ। ਐਂਡ ਈਵਨ ਦੋਜ਼ ਥਿੰਗਸ ਆਰ ਵੈਰੀ ਇੰਪੋਰਟੈਂਟ ਐਂਡ ਸਮਟਾਈਮ ਵੀ ਆਰ ਨਾਟ ਲੁਕਿੰਗ ਐਟ ਦੈਟ, ਵੀ ਅਸੀਂ ਦੇਖਦੇ ਨਹੀਂ ਵੀ ਉਹ ਕੀ ਚੀਜ਼ਾਂ ਹੈਗੀਆਂ। ਸੋ ਸਾਡੇ ਲਈ ਪ੍ਰੋਬਲਮ ਕੀ ਹੈ ਮਾਈਕਰੋਬਾਇਓਲੋਜੀ 'ਚ, ਅਸੀਂ ਜੋ ਕਹਿੰਦੇ ਹਾਂ ਜਿਹੜੇ ਇਹ ਕੰਪਾਊਂਡ ਹੈਗੇ ਇਹ ਨਿਊ ਟੂ ਲਾਈਫ। ਨਿਊ ਟੂ ਲਾਈਫ ਮੀਨਸ ਵੀ ਜਿਹੜੀ ਲਾਈਫ ਓਵਰ ਦਾ ਐਵੋਲਿਊਸ਼ਨ ਡਿਵੈਲਪ ਹੋਈ ਹੈ ਉਹ 100 ਸਾਲ 'ਚ ਕੈਮੀਕਲ ਆਏ ਤੇ ਉਹ ਉਹਨਾਂ ਨੂੰ ਸਾਡੇ ਜਿਹੜੇ ਬਾਇਓਲੋਜੀਕਲ ਸਿਸਟਮ ਹੈ ਪਛਾਣਦੇ ਨਹੀਂ, ਦੇ ਆਰ ਨਿਊ ਟੂ ਲਾਈਫ। ਸੋ ਇੱਧਰ ਦਾ ਜਿਹੜਾ ਮੋਲੀਕਿਊਲ ਹੈਗਾ ਉਹ ਸਾਡਾ ਲਿਵਿੰਗ ਹੈ ਟ੍ਰਿਪਟੋਫੈਨ ਲਿਖਿਆ, ਇਹ ਜਿਹੜਾ ਹੈਗਾ ਪੋਲੀਕਲੋਰੇਟਡ ਬਾਈਫਿਨਾਈਲ ਜਿਹੜਾ ਕਿ ਸਾਡੇ ਟਰਾਂਸਫਾਰਮਰਾਂ ਤੇ ਆਇਲ ਦਾ ਲੀਕ ਕਰਦਾ ਰਹਿੰਦਾ ਹੈ, ਜਾਂ ਸਾਡੇ JCBs ਦੇ ਵਿੱਚ ਜਿਹੜਾ ਲਿਕੁਇਡ ਯੂਜ਼ ਹੁੰਦਾ ਉਹ ਪੋਲੀਕਲੋਰੀਨੇਟਡ ਬਾਈਫਿਨਾਈਲ ਹੈ। ਜਿੱਥੇ ਕਲੋਰੀਨ ਲੱਗ ਸਕਦੀ ਅਸੀਂ ਲਾਤੀ ਹੈ ਸੋ ਦੈਟ ਵੀ ਹੈਵ ਅ ਗੁੱਡ ਮੋਲੀਕਿਊਲ। ਬਟ ਜਦੋਂ এনवायरमेंट 'ਚ ਜਾਂਦਾ ਉਹਦਾ ਕੀ ਹੋਣਾ ਉਹਦੇ ਬਾਰੇ ਨਹੀਂ ਸੋਚਿਆ ਸੀ, ਪਰ ਹੁਣ ਸੋਚਣ ਲੱਗ ਗਏ ਸਾਰੇ। ਸੋ ਫॉर दैट we don't have the, or microbes don't have the enzyme system.
ਉਹ ਹੌਲੀ ਹੌਲੀ ਇਸ ਚੀਜ਼ ਨੂੰ ਡਿਵੈਲਪ ਕਰਦੇ ਪਏ ਆ, ਸਾਨੂੰ ਟਾਈਮ ਦੇਣਾ ਪਏਗਾ ਉਹਨਾਂ ਨੂੰ। ਸੋ ਬੇਸਿਕਲੀ ਕੀ ਕਰਦੇ ਹੈਗੇ, ਉਹ ਆਪਣਾ ਕੰਮ ਚਲਾਉਣ ਵਾਸਤੇ ਦੇ ਟਰਮ ਸਾਇੰਸ ਦੇ ਵਿੱਚ ਟਰਮ ਹੈਗੀ ਕੋ ਮੈਟਾਬੋਲਿਜ਼ਮ। ਕੋ ਮੈਟਾਬੋਲਿਜ਼ਮ ਟਰਮ ਜਿਹੜੀ ਆਉਂਦੀ ਹੈਗੀ ਉਹ ਇੱਥੋਂ ਆਉਂਦੀ ਹੈਗੀ ਹੈ। ਇਹ ਜਿਹੜੇ ਸਾਇੰਸ ਇਹਨਾਂ ਨੇ ਪੜ੍ਹੀ ਹੈ ਉਹਨਾਂ ਨੂੰ ਸਭ ਨੂੰ ਆਈਡੀਆ ਹੈਗਾ ਵੀ ਇਲੈਕਟ੍ਰੋਨ ਟਰਾਂਸਪੋਰਟ ਚੇਨ ਹੈ, ਸਾਡੀ ਬੋਡੀ 'ਚ એનર્ਜੀ ਇੱਦਾਂ ਹੀ ਬਣਦੀ ਹੈ। ਜਿੱਦਾਂ ਕਹਿੰਦੇ ਨਾ ਇਲੈਕਟ੍ਰੋਨ ਕਰੰਟ ਇਜ਼ ਦ ਫਲੋ ਆਫ ਇਲੈਕਟ੍ਰੋਨ, ਲਾਈਫ ਇਜ਼ ਫਲੋ ਆਫ ਇਲੈਕਟ੍ਰੋਨਸ। ਬੰਦਾ ਉਦੋਂ ਹੀ ਮਰਦਾ ਜਦੋਂ ਉਹਦਾ ਬ੍ਰੇਨ ਕੰਮ ਕਰਨਾ ਬੰਦ ਕਰ ਦਿੰਦਾ, ਉਦੋਂ ਕਹਿੰਦੇ ਬੰਦਾ ਮਰ ਗਿਆ। ਉਦੋਂ ਕੀ ਹੁੰਦਾ, ਇਲੈਕਟ੍ਰੋਨ ਕੈਰੀ ਜਿਹੜੇ ਹੈਗੇ ਕਪੈਸਿਟੀ ਜਿਹੜੀ ਸਿਸਟਮ ਦੀ ਬੰਦ ਹੋ ਜਾਂਦੀ ਹੈ। ਸੋ ਇਹ ਜੇ ਕਿਸੇ ਵੀ ਚੀਜ਼ ਨੇ ਮੈਟਾਬੋਲਾਈਜ਼ ਹੋਣਾ ਹੈ ਜਾਂ ਟੁੱਟਣਾ ਹੈ ਜਾਂ ਚੇਂਜ ਹੋਣਾ ਹੈ, ਉਹਨੂੰ ਇਸ ਪਾਰਟ ਦਾ ਸਿਸਟਮ ਬਣਨਾ ਪੈਣਾ। ਓਕੇ, ਸੋ ਜਿਹੜੀ ਚੀਜ਼ ਸਿਸਟਮ ਦਾ ਪਾਰਟ ਹੀ ਨਹੀਂ ਬਣ ਸਕਦੀ, ਉਹ એનર્ਜੀ ਕਿੱਦਾਂ ਦੇਗੀ? ਸੋ ਉਸ ਕਰਕੇ ਜਿਹੜਾ ਸਿਸਟਮ ਹੈਗਾ ਉਹ ਕੋ ਮੈਟਾਬੋਲਿਜ਼ਮ ਚਲਾਉਂਦਾ ਵੀ ਜ਼ੀਨੋਬਾਇਓਟਿਕ ਕੰਪਾਊਂਡ ਨੂੰ, ਜਿਹੜਾ ਤੁਹਾਡਾ ਪੋਲਿਊਟੈਂਟ ਹੈ ਉਹਨੂੰ ਮਾਈਕਰੋਬ ਨਹੀਂ ਤੋੜ ਸਕਦਾ ਜਾਂ ਕੋਈ ਬਾਇਓਲੋਜੀਕਲ ਸਿਸਟਮ ਨਹੀਂ ਤੋੜ ਸਕਦਾ, ਪਰ ਉਹਦੇ ਨਾਲ ਦਾ ਸਬਸਟ੍ਰੇਟ, ਉਹਦਾ ਕੋਈ ਨਾ ਕੋਈ ਬਾਇਓਲੋਜੀਕਲ ਕੰਪਾਊਂਡ ਮਿਲੇਗਾ ਤਾਂ ਉਹਦੇ ਤੋਂ એનર્ਜੀ ਨਹੀਂ ਲਏਗਾ, ਪਰ ਉਹਨੂੰ ਮੈਟਾਬੋਲਾਈਜ਼ ਕਰ ਦੇਗਾ, ਉਹਨੂੰ ਟਰਾਂਸਫਾਰਮ ਕਰ ਦੇਗਾ। ਐਂਡ ਦਿਸ ਟਰਾਂਸਫਾਰਮੇਸ਼ਨ ਕੈਨ ਬੀ ਫॉर ਗੁੱਡ ਔਰ ਬੈਡ, ਦਿਸ ਕੈਨ ਬੀ ਬੋਥ। ਉਹਨੂੰ ਘੱਟ ਟੌਕਸਿਕ ਵੀ ਬਣਾ ਸਕਦਾ, ਜ਼ਿਆਦਾ ਟੌਕਸਿਕ ਵੀ ਬਣਾ ਸਕਦਾ, ਉਹਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ, ਉਹ ਸਭ ਅਸੀਂ ਪੜ੍ਹ ਹੀ ਸਕਦੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਥੀਸ ਆਰ ਬੇਸਿਕਸ। ਸੋ ਇਹ ਮਾਈਕਰੋਬਸ ਦੇ ਅਸੀਂ ਪੜ੍ਹਦੇ ਹਾਂ, ਮਾਈਕਰੋਬਸ ਦੇ ਆਰ ਸਮਾਰਟ ਬਿਕੋਜ਼ ਜਿਹੜਾ ਨਾਰਮਲ ਸਿਸਟਮ ਹੈ ਉੱਪਰ ਵਾਲਾ, ਉਹ ਤੁਸੀਂ ਦੇਖੋਗੇ ਜਿਹੜੀ ਸੈੱਲ ਮੈਂਬਰਨ ਆਪਣੇ ਇੱਕ ਕਹਿੰਦੇ ਵੀ ਜਿਹੜੀ ਲਾਈਫ ਦੀ ਮੈਂਬਰਨ ਹੈਗੀ ਹੈ, ਉਸ ਤੋਂ ਬਾਹਰ ਕੁਝ ਨਹੀਂ ਆ ਸਕਦਾ। ਪਰ ਹੁਣ ਜਿਹੜੇ ਨਵੇਂ ਮਾਈਕਰੋਬ ਆਏ ਆ, ਜਿਹੜੇ ਕਿ ਜਿੱਦਾਂ ਡਾਕਟਰ ਸਾਹਿਬ ਯੂਰੇਨੀਅਮ ਦੀ ਗੱਲ ਕਰ ਰਹੇ ਸੀ, ਕ੍ਰੋਮੀਅਮ ਦੀ ਗੱਲ ਕਰ ਰਹੇ, ਉਹਦੇ ਵਿੱਚ ਕੀ ਹੈ ਕਿ ਸਾਡੇ ਇਲੈਕਟ੍ਰੋਨ ਹੁਣ ਬਾਹਰ ਵੀ ਆ ਰਹੇ। ਐਂਡ ਇਹ ਕਹਿੰਦੇ ਨੈਨੋ ਸਰਕਟ, ਦਾ ਅਸੀਂ ਤਾਰਾਂ ਪਾਉਂਦੇ ਉਦਾਂ ਹੀ ਮਾਈਕਰੋਬ ਨੇ ਵੀ ਤਾਰਾਂ ਬਣਾ ਲਈਆਂ, ਉਹ ਇੱਕ ਦੂਜੇ ਨੂੰ ਇਹ એનર્ਜੀ ਦਿੰਦੇ ਤਾਂ ਕਿ ਅਸੀਂ ਜਿਹੜਾ ਕ੍ਰੋਮੀਅਮ ਹੈ, ਕ੍ਰੋਮੀਅਮ 6 ਤੋਂ ਕ੍ਰੋਮੀਅਮ 3 ਬਣਾ ਲਈਏ। ਕ੍ਰੋਮੀਅਮ 6 ਜਿਹੜਾ ਹੈਗਾ ਉਹ ਜ਼ਿਆਦਾ ਟੌਕਸਿਕ ਹੈ, ਕ੍ਰੋਮੀਅਮ 3 ਜਿਹੜਾ ਹੈਗਾ ਉਹ ਘੱਟ ਟੌਕਸਿਕ ਹੈ, ਪਰ ਉਹਨੂੰ ਕੰਮ ਕਰਨ ਲਈ, ਉਹਨੂੰ ਰਿਡਿਊਸ ਕਰਨ ਲਈ ਇਲੈਕਟ੍ਰੋਨ ਚਾਹੀਦੇ, ਉਹ ਕਿਤੋਂ ਨਾ ਕਿਤੋਂ ਆਣੇ ਚਾਹੀਦੇ। ਸੋ ਦੈਟਸ ਹਾਊ ਥੀਸ ਥਿੰਗਸ ਦੇ ਵਰਕ। ਐਂਡ ਇਹ ਜਿਹੜੀਆਂ ਚੀਜ਼ਾਂ ਲਿਖੀਆਂ ਹੋਈਆਂ ਇਹਨਾਂ ਬਾਰੇ ਪੂਰੀ ਪੜ੍ਹਾਈ ਹੋ ਚੁੱਕੀ ਹੈ, ਇਹਦੀ ਕੋਈ ਨਹੀਂ ਲੈਬ ਦੇ ਵਿੱਚ, ਐਵਰੀਬਾਡੀ ਨੋਜ਼ ਅਬਾਊਟ ਦਿਸ। ਸੋ ਅਸੀਂ ਜੇ ਰੈਮੀਡੀਏਸ਼ਨ ਕਰਨੀ ਹੈ, ਜੇ ਇਹਨਾਂ ਨੂੰ ਯੂਜ਼ ਕਰਨਾ ਹੈ, ਦੈਨ ਹਾਊ ਵੀ ਕੈਨ ਹਾਰਨੈਸ them, ਅਸੀਂ ਉਹਨੂੰ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ। ਇਟ ਕੈਨ ਬੀ ਮਾਈਕਰੋਬੀਅਲ, ਇਟ ਕੈਨ ਬੀ ਫਾਈਟੋ, ਇਟ ਕੈਨ ਬੀ ਜ਼ੂ, ਵਟਐਵਰ ਇਟ ਇਜ਼, ਇਕੋ ਰੈਮੀਡੀਏਸ਼ਨ, ਤਾਂ ਕਿ ਅਸੀਂ ਇਕੋਲੋਜੀ ਦੇ ਹਿਸਾਬ ਨਾਲ ਆਪਣਾ ਕੰਮ ਦੇਖਾਂਗੇ ਵੀ ਕਿਸ ਤਰ੍ਹਾਂ ਇਹਨੂੰ ਤੋੜਦੇ ਪਏ ਆ, ਤੇ ਉਹਨੂੰ ਸਮਝਣ ਦੀ ਵੀ ਲੋੜ ਹੈਗੀ ਹੈ। ਸੋ ਜਦੋਂ ਅਸੀਂ ਦੋ ਟੈਕਨੀਕਸ ਯੂਜ਼ ਕਰਦੇ ਹਾਂ, ਵਨ ਇਜ਼ ਇਨ ਸੀਟੂ, ਅਦਰ ਇਜ਼ ਐਕਸ ਸੀਟੂ। ਇਨ ਸੀਟੂ ਇਜ਼ ਐਟ ਦ ਸਾਈਟ, ਜਿਹੜਾ ਕਿ ਕਿਸੇ ਲੈਵਲ ਤੇ ਸੌਖਾ ਵੀ ਹੈ ਬਟ ਥੋੜਾ ਜਿਹਾ ਉਹ tedious ਹੈ। Ex situ is where the amount is less, you can take it down, ਜਿਵੇਂ uranium or anything else ਜਿਹੜਾ ਕਿ ਬਹੁਤ ਜ਼ਿਆਦਾ ਸਾਡੇ ਲਈ ਬਣ ਰਿਹਾ ਹੈਗਾ, ਇਟਸ ਮੋਰ ਇੰਪੋਰਟੈਂਟ, ਉਹਨੂੰ ਅਸੀਂ ਲੈਬ ਦੇ ਵਿੱਚ ਲਿਜਾ ਕੇ ਬਾਇਓਰੈਕਟਰ ਦੇ ਵਿੱਚ ਟ੍ਰੀਟ ਕਰਕੇ ਵਾਪਸ ਲਿਆ ਸਕਦੇ, ਜਿੱਥੇ ਕਿ ਤੁਹਾਡਾ ਕੰਟੈਮੀਨੇਟਡ ਮਟੀਰੀਅਲ ਥੋੜਾ ਹੋਵੇ, ਪਰ ਜ਼ਿਆਦਾ ਵਾਸਤੇ ਅਸੀਂ ਐਕਸ ਸੀਟੂ ਨਹੀਂ ਕਰ ਸਕਦੇ, ਇਨ ਸੀਟੂ ਹੀ ਸਾਨੂੰ ਕਰਨੀ ਪਏਗੀ। ਜਿੱਦਾਂ ਅਸੀਂ ਕਹਿੰਦੇ ਹੈਕਟੇਅਰਸ ਆਫ ਲੈਂਡ ਇਜ਼ polluted, ਅਸੀਂ ਸਾਰੀ ਹੈਕਟੇਅਰਸ ਆਫ ਲੈਂਡ ਨੂੰ ਅਸੀਂ ਐਕਸਕੇਵੇਟ ਕਰਕੇ ਟ੍ਰੀਟ ਕਰਕੇ ਦੁਬਾਰਾ ਉੱਥੇ ਨਹੀਂ ਪਾ ਸਕਦੇ, ਬਿਕੋਜ਼ ਦੈਟ ਵਿਲ ਬੀ ਕਾਸਟ ਬੈਨੀਫਿਟ ਜਿਹੜਾ ਹੈਗਾ ਉਹਦਾ ਕੁਝ ਨਹੀਂ ਰਹੇਗਾ, ਦੈਟ ਵਿਲ ਇਨਹਿਬਿਟਰੀ ਇਨਟੂ ਦ ਸਿਸਟਮ। ਸੋ ਉਹਦੇ ਵਿੱਚ ਸਾਨੂੰ ਦੇਖਣ ਦੀ ਲੋੜ ਹੈ ਕਿ ਜਿਹੜੇ ਮਾਈਕਰੋਬ ਉੱਥੇ ਬੈਠੇ ਹੈਗੇ, ਜਿਹੜੇ ਕੁਝ ਕਰ ਸਕਦੇ ਆ, ਉਹਨਾਂ ਨੂੰ ਅਸੀਂ ਕਿੱਦਾਂ ਸਟਿਮੂਲੇਟ ਕਰ ਸਕਦੇ, ਲਾਈਫ ਨੂੰ ਕਿੱਦਾਂ ਸਟਿਮੂਲੇਟ ਕਰ ਸਕਦੇ, ਜਾਂ ਜੇ ਲਾਈਫ ਸਟਿਮੂਲੇਟ ਨਹੀਂ ਹੋ ਸਕਦੀ ਤੇ ਜਿਹੜੇ ਅਸੀਂ ਆਪਣੇ ਅਡੈਪਟਡ ਮਾਈਕਰੋਬ ਜਿਹੜੇ ਅਡੈਪਟ ਕਰ ਚੁੱਕੇ ਹਾਂ, ਉਹਨਾਂ ਨੂੰ ਆਇਡੈਂਟੀਫਾਈ ਕੀਤਾ, ਉਹਨਾਂ ਨੂੰ ਉੱਥੇ ਪਾ ਕੇ ਅਸੀਂ ਉਹਨਾਂ ਦੀ ਐਕਟੀਵਿਟੀ ਵਧਾ ਲਈਏ। ਸੋ ਥੀਸ ਆਰ ਟੂ ਆਪਸ਼ਨ ਜਿਹੜੀਆਂ ਕਿ ਸਾਨੂੰ ਸੋਚਣੀਆਂ ਪੈਂਦੀਆਂ। ਐਕਸ ਸੀਟੂ ਇਜ਼ ਨਾਟ ਅ ਪ੍ਰੋਬਲਮ, ਕੁਝ ਵੀ ਕਰ ਸਕਦੇ, ਅਸੀਂ ਅੰਦਰ ਲਿਆ ਕੇ ਬਾਇਓਰੈਕਟਰ ਦੇ ਵਿੱਚ ਸੈੱਲ, ਉਹਦੇ ਵਿੱਚ ਕੈਮੀਕਲ ਨਾਲ ਟ੍ਰੀਟ ਕਰੋ, ਕੁਝ ਵੀ ਕਰੋ, ਦੈਟ ਵਿਲ ਬੀ ਕੰਟੇਨਡ ਸਿਸਟਮ। ਸੋ ਜੇ ਅਸੀਂ ਬਾਇਓ ਰੈਮੀਡੀਏਸ਼ਨ ਬਣਾਉਣੀ ਹੈ, ਪ੍ਰੋਸੈਸ ਬਣਾਉਣਾ, ਤੇ ਸਭ ਤੋਂ ਵੱਡੀ ਪ੍ਰੋਬਲਮ ਹੈ ਓਲੀਗੋਟ੍ਰੋਪਿਕ। ਓਲੀਗੋਟ੍ਰੋਪਿਕ ਇਜ਼ ਸੈੱਲ ਨੂੰ, ਮਾਈਕਰੋਬ ਨੂੰ ਖਾਣ ਪੀਣ ਵਾਸਤੇ ਜਿਹੜਾ ਕੰਪਾਊਂਡ ਹੈਗਾ ਉਹ ਉਹਦੇ ਵਾਸਤੇ ਚੰਗਾ ਸਬਸਟ੍ਰੇਟ ਨਹੀਂ ਹੈ, ਪਰ ਉਹਨੂੰ ਖਾਣ ਵਾਸਤੇ ਕੀ ਦੇਵਾਂਗੇ, ਅਸੀਂ ਆਪਣੇ ਵੱਲੋਂ ਪਾਵਾਂਗੇ ਜਾਂ ਕਿਤੋਂ ਨੇਚਰ ਕੁਝ ਜਿਹੜਾ ਹੈਗਾ ਸਾਇੰਟੀਫਿਕਲੀ ਨੋਨ ਹੈ, ਇਟਸ ਬੀਇੰਗ ਡਨ ਇਨ ਦ ਲੈਬਸ, ਵੈਰੀ ਸਕਸੈਸਫੁਲ ਸਟੱਡੀਜ਼, ਬਟ ਜਦੋਂ ਉਹ ਫੀਲਡ ਦੇ ਵਿੱਚ ਆਉਂਦੀਆਂ ਉੱਥੇ ਆ ਕੇ ਉਹ ਫੇਲ ਹੋ ਜਾਂਦੀਆਂ, ਬਿਕੋਜ਼ ਦੇ ਆਰ ਨਾਟ ਟੇਕਿੰਗ ਇਨਟੂ ਕੰਸੀਡਰੇਸ਼ਨ ਵੀ ਜਿਹੜਾ ਉਹਨਾਂ ਨੇ ਸਿਸਟਮ ਤੋਂ ਤੋੜ ਕੇ ਸਟੱਡੀ ਕੀਤੀ ਹੈ, ਜਦੋਂ ਸਿਸਟਮ ਦੇ ਵਿੱਚ ਜਾਣਾ ਐਵਰੀਥਿੰਗ ਵਿਲ ਕਮ ਇਨਟੂ ਦ ਸਿਸਟਮ, ਉਸ ਚੀਜ਼ ਵਾਸਤੇ ਜਿਹੜੀ ਰੀਅਲਾਈਜੇਸ਼ਨ ਉਹ ਨਹੀਂ ਹੁੰਦੀ, ਉਸ ਕਰਕੇ ਉਹ ਕਈ ਵਾਰੀ ਨਹੀਂ ਸਕਸੈਸਫੁਲ ਹੁੰਦਾ। ਸੋ ਇਸ ਤੋਂ ਬਾਅਦ ਜਿਹੜਾ ਹੈਗਾ ਇਹ ਕੁਝ ਮੈਂ ਆਪਣੇ ਲੈਵਲ ਤੇ ਲਿਖੀਆਂ ਜਿਹੜੀਆਂ ਕਿ ਸਾਇੰਸ ਜਿਹੜੀ ਕਹਿ ਰਹੀ ਹੈ, ਉਹਦੇ ਵਿੱਚੋਂ ਜਿਹੜੀਆਂ ਸਾਡੀਆਂ ਹੁੰਦੀਆਂ ਪ੍ਰੋਬਲਮਸ ਹੈਗੀਆਂ ਵੀ ਅਸੀਂ ਕੀ ਕਰ ਸਕਦੇ ਹਾਂ। ਸਾਨੂੰ ਜੋ ਪਤਾ ਹੈ, ਅਸੀਂ ਮਾਈਕਰੋਬਾਇਓਲੋਜੀ ਦੇ ਵਿੱਚ ਅਸੀਂ ਸਾਨੂੰ ਪਤਾ ਹੈਗਾ ਵੀ ਅਸੀਂ 1% ਤੋਂ ਜ਼ਿਆਦਾ ਮਾਈਕਰੋਬ ਅਸੀਂ ਲੈਬ ਦੇ ਵਿੱਚ ਕਲਟੀਵੇਟ ਨਹੀਂ ਕਰ ਸਕਦੇ। 90 to 99% ਦਾ ਮਾਈਕਰੋਬੀਅਲ ਡਾਇਵਰਸਿਟੀ ਇਜ਼ ਨਾਨ ਕਲਟੀਵਾਇਬਲ,
ਬਿਕਾਜ਼ ਅਸੀਂ ਉਹਨਾਂ ਨੂੰ ਕੰਡੀਸ਼ਨ ਦੇ ਹੀ ਨਹੀਂ ਸਕਦੇ ਲੈਬ ਦੇ ਵਿੱਚ ਉਹ ਕਿੱਦਾਂ ਗਰੋ ਕਰਦੇ ਦੈਟ ਮੀਨਸ ਦੇ ਆਰ ਆਊਟ ਆਫ ਸਕੋਪ ਫॉर ਸਟੱਡੀ ਉਹ ਨੇਚਰ 'ਚ ਹੈਗੀਆਂ ਪਰ ਅਸੀਂ ਨਹੀਂ ਪੜ੍ਹ ਸਕਦੇ ਇੱਕ ਮੈਂ ਤੇ ਟਰਮ ਲਿਖੀ ਹੈ ਵਾਈਬਲ ਬਟ ਨਾਟ ਕਲਚਰੇਬਲ ਉਹ ਜਿੰਦੇ ਹੈਗੇ ਉਹਨਾਂ ਤੇ ਇੰਨਾ ਸਟ੍ਰੈਸ ਹੈ ਉਹ ਕਿਸੇ ਤਰ੍ਹਾਂ ਜੀ ਰਹੇ ਬਟ ਉਹ ਗਰੋ ਨਹੀਂ ਕਰ ਸਕਦੇ ਉਹ ਡਿਵਾਈਡ ਵੀ ਨਹੀਂ ਕਰ ਸਕਦੇ ਪਰ ਉਹ ਆਪਣਾ ਫਿਜ਼ੀਓਲੋਜੀਕਲੀ ਉੱਥੇ ਆਪਣੀ ਦਿੰਦੇ ਹੈਗੇ ਆਪਣੀ ਕੰਟਰੀਬਿਊਸ਼ਨ ਕਰਦੇ ਹੈ ਕੁਛ ਨਾ ਕੁਛ ਐਂਡ ਦੈਟ ਇਜ਼ ਵੈਰੀ ਇੰਪੋਰਟੈਂਟ ਸੋ ਇਹ ਚੀਜ਼ਾਂ ਜਿਹੜੀ ਅੱਜ ਕੱਲ੍ਹ ਜੀਨੋਮਿਕਸ ਓਮਿਕਸ ਸੋ ਮੈਨੀ ਥਿੰਗਸ ਆਰ ਕਮਿੰਗ ਤੁਸੀਂ ਜਿਹਦੇ ਵਿੱਚੋਂ ਕਲਟੀਵੇਬਲ ਐਂਡ ਨਾਨ ਕਲਟੀਵੇਬਲ ਆਈ ਗਿਵ ਯੂ ਸਮ ਐਗਜ਼ਾਮਪਲ ਵੀ ਅਸੀਂ ਕੀ ਕੀਤਾ ਫੁੱਟਾਂ ਨਾਲ ਦੇ ਸੈਂਪਲਸ ਨਾਲ ਉਹ ਤੋਂ ਅਸੀਂ ਕਰ ਸਕਦੇ ਤੁਹਾਨੂੰ ਪਤਾ ਵੀ ਉੱਥੇ ਬਹੁਤ ਅੱਛੀ ਪਾਪੂਲੇਸ਼ਨ ਹੈਗੀ ਹੈ ਜਿਹਨੂੰ ਅਸੀਂ ਕੰਮ ਕਰਾ ਸਕਦੇ ਪਰ ਪ੍ਰੋਬਲਮ ਇੱਥੇ ਹੈ ਕਿ ਐਜ਼ ਸੱਚ 99% ਅਸੀਂ ਗਰੋ ਹੀ ਨਹੀਂ ਕਰ ਸਕਦੇ ਅਸੀਂ ਉਹ ਤੋਂ ਕੰਮ ਕੀ ਕਰਾਵਾਂਗੇ ਸੋ ਦੈਟਸ ਵਾਟ ਵੀ ਨੀਡ ਟੂ ਹਾਰਨੈਸ ਸੋ ਦਿਸ ਇਜ਼ ਅ ਬਲੈਕ ਬਾਕਸ ਜਿਹੜਾ ਅਸੀਂ ਕੈਮੀਕਲ ਇੰਨੇ ਸਿੱਟੇ ਹੈ ਮੇਨ ਚੀਜ਼ ਹੈ ਕੈਮੀਕਲਸ ਨੂੰ ਡੀਗ੍ਰੇਡ ਕਰਨ ਵਾਸਤੇ ਸੈੱਲ ਨੂੰ ਕੋਈ ਹੋਰ ਸਿਸਟਮ ਚਾਹੀਦਾ ਜੇ ਮੈਟਲ ਨੂੰ ਰਿਡਿਊਸ ਕਰਨਾ ਹੈ ਤਾਂ ਉਹਨੂੰ એનર્ਜੀ ਚਾਹੀਦੀ ਸੋ ਇਹ ਦੋਨੋਂ ਕੰਪਲਿਕੇਟਡ ਸਿਸਟਮਸ ਹੈਗੇ ਆ ਜਿਹੜਾ ਕੋ ਕੰਟੈਮੀਨੇਟਡ ਸਾਈਟ ਜਿਹਨਾਂ ਦੀ ਅਸੀਂ ਗੱਲ ਕਰਦੇ ਹਾਂ ਬੁੱਢਾ ਨਾਲਾ ਐਂਡ ਅਦਰ ਥਿੰਗਸ ਦੇ ਆਰ ਕੋ ਕੰਟੈਮੀਨੇਟਡ ਸਾਈਟਸ ਕੈਮੀਕਲ ਵੀ ਹੈ ਟੌਕਸਿਕ ਮੈਟਲਸ ਵੀ ਹੈ ਤੇ ਦੋਨਾਂ ਦਾ ਮੈਟਾਬੋਲਿਜ਼ਮ ਟੋਟਲੀ ਡਿਫਰੈਂਟ ਹੈ ਸੋ ਦੈਟ ਹੈਜ਼ ਟੂ ਬੀ ਟੇਕਨ ਇਨਟੂ ਅਕਾਊਂਟ ਉਹਦੇ ਵਾਸਤੇ ਕੋਈ ਸਿਸਟਮ ਉਸ ਤਰ੍ਹਾਂ ਬਣਾਉਣਾ ਪੈਂਦਾ ਤਾਂ ਕਿ ਇਹ ਦੋਨੋਂ ਕੰਮ ਹੋ ਸਕਣ ਸੋ ਦਿਸ ਬਲੈਕ ਬਾਕਸ ਇਜ਼ ਬੇਸਿਕਲੀ ਸਾਨੂੰ ਉਹਨਾਂ ਦੀ ਫਿਜ਼ੀਓਲੋਜੀਕਲ ਇੰਟਰੈਕਸ਼ਨ ਸਮਝਣ ਦੀ ਲੋੜ ਹੈ ਵੀ ਆਪਸ 'ਚ ਜਿੱਦਾਂ ਅਸੀਂ ਕਹਿੰਦੇ ਬੁਰਾ ਟਾਈਮ ਆਏਗਾ ਦੋ ਜਣੇ ਇਕੱਠੇ ਹੋ ਕੇ ਉਹ 'ਚੋਂ ਨਿਕਲ ਆਉਣਗੇ ਸੇਮ ਵੇ ਜਦੋਂ ਮਾਈਕਰੋਬ ਦੇ ਉੱਤੇ ਜਾਂ ਲਾਈਫ ਦੇ ਉੱਤੇ ਕੈਮੀਕਲਸ ਦੀ ਪੋਲੂਸ਼ਨ ਦਾ ਲੋਡ ਆਉਂਦਾ ਹੈ ਸੋ ਦੈਨ ਦੇ ਡੂ ਥੀਸ ਥਿੰਗਸ ਜਾਂ ਤੁਸੀਂ ਨਾਰਮਲੀ ਬਾਇਓਫਿਲਮਸ ਕਹਿੰਦੇ ਹੋ ਸਲੱਜ ਕਹਿੰਦੇ ਹੋ ਸੋ ਦੇ ਮੇਕ ਦੈਟ ਐਂਡ ਸਲੱਜ ਇਜ਼ ਨਥਿੰਗ ਬਟ ਏ ਸਮਾਲ ਇੱਕ ਛੋਟਾ ਜਿਹਾ ਗੋਲਾ ਹੈ ਉਹਦੇ ਵਿੱਚ ਬਾਹਰ ਮਾਈਕਰੋਬ ਕੋਈ ਹੋਰ ਹੈ ਅੰਦਰ ਕੋਈ ਹੋਰ ਹੈ depending upon the gradient of the nutrient depending on the gradient of oxygen ਉਹ ਸਾਰੇ ਗ੍ਰੇਡਡ ਹੁੰਦੇ ਵਿੱਚ ਤੇ ਆਪਣਾ ਆਪਣਾ ਕੰਮ ਕਰਦੇ ਇਸੇ ਕਰਕੇ ਜਿਹੜੀ ਕਹਿੰਦੇ ਸਲੱਜ ਐਨਾਰੋਬਿਕ ਸਲੱਜ ਸਿਸਟਮ ਐਕਟੀਵੇਟਡ ਸਲੱਜ ਸਿਸਟਮ ਐਰੋਬਿਕ ਹੋ ਗਿਆ ਐਨਾਰੋਬਿਕ ਹੋ ਗਿਆ ਉਹਦੇ ਵਿੱਚ ਉਹ ਬੜਾ ਸਪੈਸੀਫਿਕ ਸਿਸਟਮ ਹੈ ਦੋਜ਼ ਹੂ ਆਰ ਨੋਇੰਗ ਅਬਾਊਟ ਬਾਇਓਗੈਸ ਜਿਹੜੀ ਆਪਣੇ ਪਿੰਡਾਂ ਦੇ ਵਿੱਚ ਵੀ ਅਸੀਂ ਕਰਦੇ ਬਾਇਓਗੈਸ ਸਰਦੀਆਂ ਦੀ ਘਟ ਜਾਂਦੀ ਹੈ ਗਰਮੀਆਂ 'ਚ ਵੱਧ ਜਾਂਦੀ ਹੈ ਪਰ ਕਈ ਵਾਰੀ ਹੁੰਦਾ ਵੀ ਉਹ ਬਾਇਓਗੈਸ ਜਿਹੜਾ ਕਹਿੰਦੇ ਵੀ ਐਸਿਡੀਫਾਈਡ ਹੋ ਗਿਆ ਉਹਦੇ 'ਚ 3 ਸਿਸਟਮ ਹੈ ਤਿੰਨੋਂ ਬੜੇ ਕ੍ਰਿਟੀਕਲੀ ਵਰਕ ਕਰਦੇ ਤਾਂ ਕਿ ਮਿਥੈਨੋਜਨ ਜਿਹੜੇ ਹੈਗੇ ਉਹ ਤੁਸੀਂ ਜੋ ਵਿੱਚ ਪਾਉਂਦੇ ਹੋ ਉਹਨੂੰ ਨਹੀਂ ਮੀਥੇਨ ਬਣਾ ਸਕਦੇ ਮਿਥੈਨੋਜਨ ਨੂੰ ਮੀਥੇਨ ਬਣਾਉਣ ਵਾਸਤੇ ਬੜਾ ਸਿੰਪਲ ਸਬਸਟ੍ਰੇਟ ਚਾਹੀਦਾ C1 ਚਾਹੀਦਾ ਉਹਨਾਂ ਨੂੰ ਸਿਰਫ ਸਿੰਪਲ C1 ਪਰ ਅਸੀਂ ਕੀ ਪਾਉਂਦੇ ਹਾਂ ਤੂੜੀ ਪਾਉਂਦੇ ਹਾਂ ਕਾਊ ਡੰਗ ਪਾਉਂਦੇ ਹਾਂ ਜਿਹੜਾ ਕਿ ਬਹੁਤ ਵੱਡਾ ਹੈ ਸੋ ਆਲ ਦੋਜ਼ ਥਿੰਗਸ ਦੇ ਆਰ ਪਾਰਟ ਆਫ ਦਿਸ ਪ੍ਰੋਸੈਸ ਤੇ ਸਾਨੂੰ ਜਿਹੜੀ ਅੱਜ ਕੱਲ੍ਹ ਜਿਹੜਾ ਸਬਜੈਕਟ ਆ ਰਿਹਾ ਉਹ ਕਹਿੰਦੇ ਬੈਕਟੀਰੀਆ ਇੱਕ ਦੂਜੇ ਨਾਲ ਗੱਲ ਕਰਦੇ ਜਿੱਦਾਂ ਸਾਡੇ ਹਾਰਮੋਨਸ ਹੈਗੇ ਇਸੇ ਤਰ੍ਹਾਂ ਮਾਈਕਰੋਬਸ ਵੀ ਇੱਕ ਦੂਜੇ ਨਾਲ ਗੱਲ ਕਰਦੇ ਆਪਾਂ ਕੀ ਕਰਨਾ ਬਾਇਓਫਿਲਮ ਇਜ਼ ਨਥਿੰਗ ਹੈ ਮੈਨੀਫੈਸਟੇਸ਼ਨ ਆਫ ਲਾਈਫ ਜੇ ਮਾਈਕਰੋਆਰਗਨਿਜ਼ਮ ਇਕੱਲਾ ਰਹਿ ਰਿਹਾ ਤਾਂ ਉਹ ਪਲੈਂਕਟੋਨਿਕ ਹੈ ਉੱਤੇ ਹੀ ਤਰ ਰਿਹਾ ਪਰ ਜਦੋਂ ਸਟ੍ਰੈਸ ਆਉਂਦਾ ਉਹ ਇਕੱਠੇ ਹੋ ਜਾਂਦੇ ਬਾਇਓਫਿਲਮ ਬਣਾ ਲੈਂਦੇ ਇਹਦਾ ਆਪਣੇ ਪ੍ਰੋਬਲਮ ਹੈ ਅਸੀਂ ਕਹਿੰਦੇ ਸਾਡੇ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਹੋ ਗਈ ਲੰਗ ਇਨਫੈਕਸ਼ਨ ਹੋ ਗਈ ਮਾਈਕਰੋਬ ਨੇ ਬਾਇਓਫਿਲਮ ਬਣਾ ਲਈ ਸਾਨੂੰ ਜ਼ਿਆਦਾ ਡਰੱਗ ਲੈਣੀ ਪਏਗੀ ਦੈਟ ਦੇ ਬਿਕਮ ਮੋਰ ਰੈਜ਼ਿਸਟੈਂਟ ਸੇਮ ਵੇ ਸਾਨੂੰ এনवायरमेंट ਟ੍ਰੀਟਮੈਂਟ ਦੇ ਵਿੱਚ ਬਾਇਓਫਿਲਮ ਬਣਾਉਣ ਵਾਲੇ ਚਾਹੀਦੇ ਤਾਂ ਕਿ ਉਹ ਇਕੱਠੇ ਹੋ ਕੇ ਕੰਮ ਕਰ ਸਕਣ and that's why immobilized cell system ਜਾਂ sludge system they are more important so ਇਸ ਕਰਕੇ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਨਵੀਂ ਰਿਸਰਚ ਕੀਤੀ ਜਾਵੇ ਜਾਂ ਕੁਛ ਜਿਹੜੇ STP ਸਾਡੇ ਚੱਲਦੇ ਪਏ ਜਿੰਨੇ ਵੀ STP ਮੈਂ ਵਿਜ਼ਿਟ ਕੀਤੇ ਉੱਥੇ ਜਾ ਕੇ ਪੁੱਛੋ ਕੀ ਕਰਦੇ ਹੋ ਇੱਕ ਗੋਹੇ ਦੀ ਟਰਾਲੀ ਪਾਤੀ ਇੰਨੇ ਦਿਨਾਂ ਬਾਅਦ ਉਹ ਗੋਹੇ ਦੀ ਟਰਾਲੀ ਦਾ ਕੀ ਹੋਣਾ ਜਿਹੜੇ ਕੈਮੀਕਲ ਜਿਹੜੇ ਤੁਸੀਂ ਤੋੜਨੇ ਆ ਮੱਝ ਨੇ ਥੋੜਾ ਖਾਦੇ ਆ ਜਾਂ ਗਾਂ ਨੇ ਥੋੜਾ ਖਾਦੇ ਜਿਹਦੇ ਵਿੱਚੋਂ ਕਿ ਮਾਈਕਰੋਬਸ ਅਡੈਪਟਡ ਹੋਣਗੇ ਸੋ ਦੈਟਸ ਦ ਪ੍ਰੋਬਲਮ ਤੇ ਉਹਦੇ ਨਾਲ ਕੀ ਹੁੰਦਾ ਜਿੰਨਾ ਕਿ ਸਿਸਟਮ ਬਣਿਆ ਹੁੰਦਾ ਸਰ ਕਹਿ ਰਹੇ ਸੀ ਟੋਟਲ ਕੋਲਾਈਫਾਰਮ ਐਂਡ ਫੀਕਲ ਕੋਲਾਈਫਾਰਮ ਅਸੀਂ ਆਪ ਹੋਰ ਪਾ ਰਹੇ ਉਹਦੇ ਵਿੱਚ ਸੋ ਮਾਈਕਰੋਬ ਵੀ ਚਾਹੀਦੇ ਨਹੀਂ ਪੈ ਰਹੇ ਤੇ ਕਦੇ ਵੀ ਉਹ ਕਿਸੇ ਵੀ ਸਿਸਟਮ ਦੇ ਵਿੱਚ ਜਿੰਨੇ ਵੀ ਤੁਸੀਂ ਇੱਥੇ ਨਾਂ ਲੈ ਰਹੇ ਹੋ ਮੈਂ ਸਾਰੇ ਵਿਜ਼ਿਟ ਕੀਤੇ ਕਿਸੇ ਦੇ ਵਿੱਚ MLSS ਨਹੀਂ ਬਣਦਾ ਜਿਹੜੇ ਕਿ ਸੀਕੁਐਂਸਿੰਗ ਬੈਚ ਰਿਐਕਟਰ ਹੈ ਕਿਸੇ ਦੇ ਵਿੱਚ ਬਣਦਾ ਹੀ ਨਹੀਂ ਤੇ ਹੈ ਹੀ ਨਹੀਂ ਉਹ ਦੇ ਹੀ ਨਹੀਂ ਸਕਦੇ ਨਕਲਮ ਆਪਣਾ ਵੀ ਅਸੀਂ ਕੀ ਯੂਜ਼ ਕਰਦੇ ਪਏ ਕਿਉਂਕਿ ਸੋ ਦੈਟਸ ਦ ਪ੍ਰੋਬਲਮ ਉਸ ਵਾਸਤੇ ਸਾਨੂੰ ਇਸ ਚੀਜ਼ ਤੋਂ ਬਾਹਰ ਕੱਢਣਾ ਪਏਗਾ ਇਹਨਾਂ ਨੂੰ ਬਿਕਾਜ਼ I had interaction with needy people also ਜਿਨ੍ਹਾਂ ਨੇ ਐਗਜ਼ੀਕਿਊਟ ਕੀਤੇ ਹੁੰਦੇ ਕਈ ਵਾਰੀ ਇੱਥੇ their simple answer is ਜਦੋਂ 6 ਮਹੀਨੇ ਸਾਡਾ ਰਿਸਰਚ ਫੈਲੋ ਸੀ ਉਦੋਂ ਚੱਲਦਾ ਸੀ ਉਹਨਾਂ ਨੇ 50,000 ਰੁਪਏ ਦੇ ਰਿਸਰਚ ਫੈਲੋ ਨੂੰ ਭੇਜਣਾ ਜਿਹੜਾ ਕਿ ਬਾਈ ਈਅਰ ਆਉਂਦਾ ਇੱਥੇ ਤੇ ਜਿੱਦਣ ਉਹ ਚਲਾ ਗਿਆ ਉਦੋਂ ਤੇ 2,000 ਰੁਪਏ ਦਾ ਬੰਦਾ ਵੀ ਰੱਖਦੇ ਆਪਾਂ ਤੇ ਉਸ ਬੰਦੇ ਨੂੰ ਤਾਂ ਕਹਿੰਦੇ ਵੀ ਤੂੰ ਇੰਨੀ ਚੀਜ਼ ਆਹ ਪਾ ਦੇਣੀ ਇੰਨੀ ਚੀਜ਼ ਆਹ ਪਾ ਦੇਣੀ ਤੇ ਚੱਲ ਗਿਆ ਤੇ ਉਹ ਪਾਣੀ ਆ ਰਿਹਾ ਪਾਣੀ ਜਾ ਰਿਹਾ ਨੋਬਡੀ ਬੋਦਰਸ ਸੋ ਉੱਥੇ ਇੱਕ ਲੋੜ ਹੈਗੀ ਹੈ ਸਟੱਡੀ ਕਰਨ ਦੀ ਦੈਟ ਤੁਸੀਂ ਜਮਾਲਪੁਰ ਸਾਰੇ ਦੇਖਿਆ ਹੀ ਹੋਣਾ ਤਾਂ ਆਈ ਜਨਰਲੀ ਜਾ ਕੇ ਦੁੱਖ ਲੱਗਦਾ ਵੀ ਇੰਨੇ USB ਲਾਈਨ 'ਚ ਬਣੇ ਹੋਏ ਹੈ ਐਂਡ ਇੰਨੇ ਸਲੱਜ ਹੋਲਡਿੰਗ ਸਿਸਟਮ ਹੈਗੇ ਸਭ ਖਾਲੀ ਪਏ ਡਿਫੰਕਟ ਨੋਬਡੀ ਵਰਕਸ ਔਨ ਦੈਟ
and there's a big lake behind ਜਿੱਥੇ ਕਿ ਬਹੁਤ ਸਟੱਡੀਜ਼ ਕੀਤੀਆਂ ਜਾ ਸਕਦੀਆਂ। ਇੱਕ ਵਾਰੀ ਮੈਂ ਕੋਸ਼ਿਸ਼ ਵੀ ਕੀਤੀ ਸੀਗੀ, then it was told to me ਇਸ ਵੇਲੇ NGT ਦੀ ਬਹੁਤ ਸਖਤ ਚੱਲ ਰਹੀ ਹੈ ਤੇ ਇਸ ਕਰਕੇ ਚੁੱਪ ਹੀ ਰਹੋ, ਹਾਲੇ ਤੁਹਾਨੂੰ ਦੁਬਾਰਾ ਲੋੜ ਨਹੀਂ ਗੱਲ ਕਰਨ ਦੀ। So this is what is happening and that's a very serious story. So ਇਹਨੂੰ ਕਿੱਦਾਂ ਬਾਹਰ ਨਿਕਲ ਸਕਦੇ? So ਇਹਦੇ ਵਿੱਚ ਹੈਗਾ ਕਿ ਸਾਨੂੰ ਜਿਹੜਾ ਜੋ ਸਰ ਗੱਲ ਕਰ ਰਹੇ ਸੀ ecosystem and biodiversity, wherever this wheel of ecosystem has broken, so we have to restore that, so that ਜਿਹੜਾ ਸਾਈਕਲ ਚੱਲਦਾ ਸੀਗਾ ਉਹ ਬੰਦ ਕਿਉਂ ਹੋਇਆ ਉਹਨੂੰ ਸਮਝਣ ਦੀ ਲੋੜ ਹੈ, ਉੱਥੇ ਕਿਹੜੇ ਮਾਈਕਰੋਬਸ ਮਿਸਿੰਗ ਹੈਗੇ, so that we can go into that thing. So ਉਹਦੇ ਨਾਲ ਬਹੁਤ ਈਜ਼ੀਲੀ ਵਰਕਆਊਟ ਹੋ ਸਕਦਾ। ਸੋ ਜਿਹੜਾ evolution ਦਾ ਰੂਲ ਹੈਗਾ, evolution it says that a protein which is well settled, it takes 1 million years to change 1%. But ਸਾਡੇ ਕੈਮੀਕਲ ਬਣਿਆ ਨੂੰ ਹਾਲੇ 100 ਸਾਲ ਹੀ ਹੋਏ ਤੇ ਐਵੋਲੂਸ਼ਨ ਹਾਲੇ ਵੀ ਚੱਲਦੀ ਪਈ ਹੈ। ਮਾਈਕਰੋਬਸ ਆਪਣੇ ਲੈਵਲ ਤੇ ਨੇਚਰ 'ਚ ਜਿੱਥੇ ਉਹ ਪੋਲਿਊਟਡ ਜਗ੍ਹਾ ਤੇ ਬੈਠੇ ਆ ਉਹ ਕਰਦੇ ਪਏ, ਐਂਡ ਵੀ ਹੈਵ ਟੂ ਗੈਟ ਦੋਜ਼ ਥਿੰਗਸ ਜਿੱਥੇ ਕਿ ਉਹ ਚੱਲਦੇ ਪਏ ਤੇ ਅਸੀਂ ਉਹਨੂੰ ਐਪਰੈਂਟਲੀ ਨਹੀਂ ਲੈ ਸਕਦੇ, ਬਟ ਜਿਹੜਾ ਇਨ ਸਿਟੂ ਹੋ ਰਿਹਾ ਉਹਨੂੰ ਉੱਥੇ ਐਕਸਟ੍ਰੈਕਟ ਕਰ ਸਕਦੇ। ਫॉर दैट there has to be a concerted effort, all the things to assess that where the pollution is, how the pollution is, and accordingly the nutrient levels are ਨਾਲ ਪਤਾ ਹੋਵੇ, then we can work on that, how the microbes they can be activated to get the things done. In situ ਵੀ ਉਹ ਕੰਮ ਹੋ ਸਕਦਾ ਹੈਗਾ, and that is possible. So don't change the conventional system, as said that sir has also said that ਜੇ ਜਿੰਨੀ capacity ਹੈ ਉਸ ਤੋਂ 3 ਗੁਣਾ ਪਾਣੀ ਆ ਗਿਆ ਤੇ then how biological will take care of. I'm not saying that change it, but make it part of the system, make it integrated part of the system and let it develop. ਜੇ develop ਹੋਏਗਾ ਤਾਂ with time it will give results. ਹਾਲੇ ਤੱਕ ਅਸੀਂ ਨਹੀਂ ਕਰਦੇ ਪਏ, but this need to be worked upon. Generally highlighted thing is that it is low turnover and slow, but with time, if you give it time, it will work very efficiently. And again I'll say that this is the only system ਜਿੱਥੇ ਕਿ ਸਾਨੂੰ ਕੋਈ ਗਾਰੰਟੀ ਹੈਗੀ ਹੈ ਵੀ ਇਹ ਚੀਜ਼ ਟੁੱਟ ਜਾਏਗੀ। ਜਿੰਨਾ ਅਸੀਂ ਅੱਜ ਮੈਂ ਦੇਖਦਾ ਜਿੱਥੇ ਵੀ ਜਾਓ ਐਫਲੂਐਂਟ ਟ੍ਰੀਟਮੈਂਟ ਪਲਾਂਟ ਤੇ ਬਾਇਓਲੋਜੀਕਲ ਸਿਸਟਮ ਤੋਂ ਪਹਿਲਾਂ ਕੀ ਕਰਦੇ ਆ, ਕੋਆਗੂਲੈਂਟ ਪਾ ਦਿੰਦੇ ਤੇ ਮਾਈਕਰੋ ਬਾਇਓਲੋਜੀਕਲ ਸਿਸਟਮ ਕਿਉਂ ਬਣਾਇਆ ਹੋਇਆ? ਜੇ ਕੋਆਗੂਲੈਂਟ ਤੁਸੀਂ ਪਾਤੇ ਤੇ ਪਹਿਲਾਂ ਹੀ ਤੁਹਾਡਾ ਕੰਪਾਊਂਡ ਨਿਕਲ ਗਿਆ, ਤੁਸੀਂ ਸਲੱਜ ਨਿੰਬੂਆਂ ਭੇਜਤੀ ਤੇ ਬਾਇਓਲੋਜੀਕਲ ਸਿਸਟਮ ਦਿਖਾਉਣ ਵਾਸਤੇ ਬਣਾਇਆ। STP ਦੇ ਵਿੱਚ ਜਿਹੜਾ ਬਣਦਾ ਉਹਦੇ ਵਿੱਚ ਐਕਟੀਵੇਟਡ ਸਲੱਜ ਪ੍ਰੋਸੈਸ ਹੈਗਾ, ਉਹਦੇ ਵਿੱਚ ਚੱਲਦਾ, ਪਰ ਜਿਹੜੇ ਜਿੰਨੇ CTP ਹੈਗੇ ਸਭ ਦੇ ਵਿੱਚ ਅਸੀਂ ਪਹਿਲਾਂ ਹੀ ਸਲੱਜ ਕੱਢ ਲਈ ਹੈ ਤੇ ਉਹਦੇ ਵਿੱਚ ਅਸੀਂ ਸਾਰੇ ਕੈਮੀਕਲ ਕੱਢ ਲਏ ਤੇ ਬਾਇਓਲੋਜੀਕਲ ਕਿਉਂ ਬਣਾ ਰਹੇ? ਬਿਕਾਜ਼ ਇਟ ਇਜ਼ ਰਿਕੁਆਇਰਮੈਂਟ ਆਫ ਦ ruling authority or whatever is they are giving. As sir has said that PPCP is even stricter than USEPA, but USEPA somehow works somewhat, ਉਹ ਕੰਟਰੋਲ ਕਰਦੇ ਆ ਪਰ ਆਪਣੇ ਕੁਝ ਵੀ ਨਹੀਂ ਹੈਗਾ। ਸੋ ਦੈਟ ਇਜ਼ ਵਾਟ ਇਜ਼ ਦ ਪ੍ਰੋਬਲਮ। ਸੋ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ, ਜਿੰਨੀ ਕੰਸਟਰਕਸ਼ਨ ਕਾਸਟ ਹੈ, ਜੇ ਕਿ ਉਹਦਾ 10% ਜਦੋਂ ਬਣਦਾ ਸਰਕਾਰ 10% ਉਹਦਾ FD ਕਰਾ ਦੇ ਵੀ ਇਹਦੇ ਖਰਚੇ ਤੋਂ ਇਹਨੂੰ ਚਲਾਵਾਂਗੇ ਇੰਨੇ ਸਾਲ ਤੇ ਉਹਨੇ 'ਚ ਹੀ ਚੱਲ ਜਾਏਗਾ, ਉਨਾ ਹੀ ਖਰਚਾ ਚਾਹੀਦਾ ਉਹਨੂੰ, ਉਸ ਤੋਂ ਇਲਾਵਾ ਨਹੀਂ ਚਾਹੀਦਾ ਕੁਝ, ਉਸ ਤੋਂ ਘੱਟ ਤੇ ਚੱਲ ਜਾਏਗਾ। ਬਿਕੋਜ਼ ਦੈਟ ਵਿਲ ਹੈਲਪ ਟੂ ਇਨਸ਼ੋਰ ਏ ਪ੍ਰੋਪਰ ਬਾਇਓਲੋਜੀ ਇਨ ਦਾ ਸਿਸਟਮ। ਉਹ ਚਾਹੇ ਬਾਇਓਲੋਜੀ ਮਾਈਕਰੋਬ ਦੀ ਹੋਵੇ, ਚਾਹੇ ਪਲਾਂਟ ਮਾਈਕਰੋਬ ਹੋਵੇ, ਚਾਹੇ ਐਨੀਮਲ ਮਾਈਕਰੋਬ ਹੋਵੇ, ਉਹਨੂੰ ਸਮਝਣ ਦੀ ਲੋੜ। ਅਸੀਂ ਇੱਥੇ ਰਿਸਰਚ ਨਹੀਂ ਕਰ ਸਕਦੇ, ਪਰ ਜਿਹਨਾਂ ਨੇ ਰਿਸਰਚ ਕਰਨੀ ਉਹ ਆ ਕੇ ਰਿਸਰਚ ਵੀ ਕਰਨ। ਬਟ ਬੇਸਿਕ ਚੀਜ਼ ਹੈ ਕਿ ਉੱਥੇ ਸਾਨੂੰ ਕੁਛ ਨਾ ਕੁਛ ਫੰਕਸ਼ਨਲ ਮਿਲ ਸਕਦਾ, ਵੀ ਹੈਵ ਅ ਚਾਂਸ। ਅਦਰਵਾਈਜ਼ ਇੱਥੇ ਕੀ ਹੈ, ਵੀ ਆਰ ਜਸਟ ਚੇਂਜਿੰਗ ਦ ਨੇਚਰ ਆਫ ਦ ਪੋਲਿਊਸ਼ਨ। ਐਂਡ ਟੈਕਸਟਾਈਲ ਇੰਡਸਟਰੀ ਜਿਹੜੀ ਮੈਂ ਐਮ ਵਰਕਿੰਗ ਇਨ ਟੈਕਸਟਾਈਲ ਇੰਡਸਟਰੀ ਸਿੰਸ 20 years, ਲਾਸਟ 20 years, ਟੈਕਸਟਾਈਲ ਇੰਡਸਟਰੀ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਦ ਟਿੰਜ ਨੈਵਰ ਗੋਸ। ਜਿੰਨਾ ਮਰਜ਼ੀ ਕਰ ਲੈਣ, ਜਿੰਨਾ ਅੱਛਾ ਕਰ ਲੈਣ। ਆਮ ਵਰਕਿੰਗ ਇਨ ਅੰਮ੍ਰਿਤਸਰ ਵਿਦ ਇੰਡਸਟਰੀ ਵਿਚ ਇਜ਼ ਅਗੇਨ ZLD, ਉਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ। ਆਈ ਸ਼ੋ ਯੂ ਦ ਸੈਂਪਲ। ਉਹਦੇ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਜਿਹੜੀ ਡਾਈ ਯੂਜ਼ ਕਰਦੇ, ਜੇ ਗ੍ਰੀਨ ਡਾਈ ਯੂਜ਼ ਕਰਦੇ ਉਹਦੀ ਗ੍ਰੀਨ ਟਿੰਜ ਆਉਂਦੀ ਹੈ। ਬਟ ਦੈਟ ਇੰਡਸਟਰੀ ਇਜ਼ ਨਾਟ ਵਰੀਡ ਅਬਾਊਟ TDS, ਦੈਟਸ ਵਾਟ ਇਜ਼ ਦ ਸੇਵਿੰਗ ਪੁਆਇੰਟ ਫॉर ਮੀ। ਉਹ ਉਹਨੂੰ ਪਾਣੀ ਨੂੰ ਦੁਬਾਰਾ ਯੂਜ਼ ਕਰਦੇ ਤਾਂ ਕਿ ਉਹਨਾਂ ਨੇ ਆਪਣੇ ਡਾਈਂਗ ਬਾਅਦ 'ਚ ਵੀ ਪਾਣਾ ਹੁੰਦਾ, ਇਸ ਕਰਕੇ ਕਹਿੰਦੇ ਸਾਨੂੰ ਪਾਣੀ ਦੀ ਲੋੜ ਨਹੀਂ, ਉਹੀ ਪਾਣੀ ਅਸੀਂ ਦੁਬਾਰਾ ਕਰ ਸਕਦੇ। ਦੇ ਡੋਂਟ ਯੂਜ਼ RO ਵੀ ਲਾਇਆ ਉਹਨਾਂ ਨੇ ਫॉर द ਬੋਇਲਰ, ਬਟ ਦੇ ਸੇ ਨਾਓ ਦੇ ਸੇ ਦੈਟ ਸਾਨੂੰ RO ਜਿਹੜਾ ਹੈਗਾ ਉਹ ਮਹਿੰਗਾ ਪੈਂਦਾ, ਅਸੀਂ ਬੋਇਲਰ ਵਾਸਤੇ ਪਾਣੀ ਐਕਸਟ੍ਰੈਕਟ ਕਰ ਲੈਂਦੇ ਥੋੜਾ, ਬਾਕੀ ਜਿਹੜਾ ਹੈਗਾ ਅਸੀਂ ਉਹਨੂੰ ਰੀਸਾਈਕਲ ਕਰ ਦਿੰਦੇ ਹਾਂ। ਸੋ ਦਿਸ ਇਜ਼ ਵਾਟ ਅਸੀਂ ਜਿਹੜਾ ਜਿੰਨਾ ਕੰਮ ਕੀਤਾ ਹਾਲੇ ਤੱਕ, ਤੇ ਕੁਝ ਪਾਰਟ ਜਿਹੜੇ ਹੈਗੇ ਮੈਂ ਪਹਿਲਾ ਪਾਰਟ ਇਸ ਲਈ ਰੱਖ ਲਿਆ ਵੀ ਬੁੱਢਾ ਨਾਲਾ ਦੀ ਗੱਲ ਕਰ ਰਹੇ ਆਪਾਂ। ਸੋ this is what one of my students he did work and got samples from Buddha Nala.
ਤੇ ਅਸੀਂ ਉਹਦੇ ਦੋ ਐਸਪੈਕਟਸ ਤੇ ਕੰਮ ਕੀਤਾ ਸੀਗਾ ਕਲਚਰੇਬਲ ਸਿਸਟਮ ਨਾਲ ਆਈਸੋਮੈਰਿਕ chloroanilines which are the common contaminants which are very nasty amines and they cause genotoxic effects, the reduction of chromium. So this is what is 4-chloroaniline, 3-chloroaniline, 2-chloroaniline and 3,4-dichloroaniline. This culture consortium was one thing, ਅਸੀਂ treatment ਵਾਸਤੇ use ਕਰਦੇ ਹਾਂ, ਬੱਚੇ ਦੀ degree ਕਰਨੀ ਹੁੰਦੀ ਤਾਂ ਸਾਨੂੰ ਉਹਦੇ ਵਿੱਚ ਕੱਲੇ ਕਲਚਰ ਨਾਲ ਕੰਮ ਕਰਨਾ ਪੈਂਦਾ. We have seen that this culture can work on 2CA ਨੂੰ ਛੱਡ ਕੇ because of the structural features. ਬਾਕੀ ਦੇ ਵਿੱਚ it was doing very good activity and ਅੱਛਾ ਉਹਨੇ response ਦਿੱਤਾ. And this is with chromium. This culture is very good. It works from pH 4 to pH 10. We got it from Bhutanala samples. And this is the SAM ED, that is normal cell. I think this is around 200 milligram and this is 800 milligram. You can see a lot of chromium 6 converted to chromium 3 and that works is clear with the EDX also. And this is very interesting. एक आजकल का जो genomics वाला part है metagenomics, we got the मैं क्या 99% ਜਿਹੜੀ diversity is not known. ਅਸੀਂ ਇਹ ਤੋਂ DNA ਕੱਢ ਕੇ genomics part ਕੀਤਾ and we can see this green, the blue one is the diversity in Bhutanala and TD is Tongdhav ਜਿਹੜੀ ਅੰਮ੍ਰਿਤਸਰ ਦੇ ਵਿੱਚ Tongdhav ਹੈਗੀ ਹੈ and third one is the wastewater treatment plant of our university and this PS is the pristine soil. So you can see that how the things they vary and there are a lot of diversity. I'm not going into the details of this, but really though interesting as you can see that unclassified, unreported diversity is there in Bhutanala. ਜਿਹੜੀ ਕਿ ਹਾਲੇ ਤੱਕ ਰਿਪੋਰਟ ਹੀ ਨਹੀਂ ਹੋਈ, sitting on a gold mine. ਜੇ ਉਹਨੂੰ ਚੰਗੀ ਤਰ੍ਹਾਂ ਐਕਸਪਲੋਇਟ ਕੀਤਾ ਜਾਵੇ, we can make it work and we can report that so many things are available there and they can see Acinetobacter and lot other Archaeobacter. There are a lot of these which are available. That is for my interest. And second thing is that's what we are doing now we have brought in plants. We are working on rhizoramidation, not phytoramidation. Phytoramidation is that everything goes to the plant. And then ਜਿੱਦਾਂ ਅਸੀਂ ਸਲੱਜ ਨੂੰ ਸਿੱਟਣ ਨੂੰ ਸੋਚਦੇ ਹਾਂ ਤਾਂ ਹੀ ਫਿਰ ਪਲਾਂਟ ਨੂੰ ਸਿੱਟਣ ਦੀ ਸੋਚਾਂਗੇ ਮੈਨੂੰ ਕਿਤੇ ਸਿੱਟਣਾ. What we are looking for is interaction between the microbes and the plants. ਸਾਡੇ ਕੋਲ ਅੱਛੇ microbe ਹੈ and we are looking at the plants which can grow in that extreme environment. ਇੱਕ ਦੂਜੇ ਨੂੰ sustain ਕਰਦੇ. Plants ਜਿਹੜੇ ਹੈਗੇ they are the natural pumps. Natural pumps means they are using the sunlight and they are giving the nutrients in the exudates. Exudates ਦੇ ਵਿੱਚ plants ਦੇ microbes ਦਾ survive ਕਰਦੇ. And see this is simple rodi hai the naal polyurethane foam hai and this is a canna plant and you can see that how good that root structure that is made in affluents and ਇਹਦੇ ਵਿੱਚ ਤੁਸੀਂ plants ਹੀ ਦੇਖੋਗੇ. So this first one is only microbes, second one is only plants and third is plant plus microbes. PAU done a lot of research on PGPR this and that plants ਜਿਹੜੇ ਹੈਗੇ ਆ microbes ਜਿਹੜੇ plants ਦੀ growth ਨੂੰ enhance ਕਰਦੇ. But here, if they are reducing the toxicity, they can also improve the growth of the plant. And there, we are exploiting this in, you can say, and this is the simulated dye-effluent study. This can be a little bit on the higher side, but for me, it's very good because COD goes down from 2200 to 205 and TDS goes from 490 to 243 in the simulated dye-effluent that is being fed to this system. And this is what we are doing extra with this, with our zoology department. We are carrying out the studies on the fresh fish water, that is Channa punctatus, to see that what is the effect of, so A1 is control, B and C, B2, F, they are exposed to the actual dye effluent from the textile industry with which we are working, and lower ones, they are the treated ones. Okay, so you can see the difference that a lot of damage to the DNA, genotoxic, carcinogenic and all these things. So this is just A to H. There are different types of manifestations which are there in the system and accordingly we compare it with treated and untreated systems. And this is what I have done in one of the industry there in Amritsar. So same canna plants and we have made this system. The industry was very benevolent and they have made this system for me and I was after them and you see these are the plants. Now these plants they are going like so see the outputs at different time intervals. This is the input, output, and this is one you can say
comparison. So now this is giving a better, when we are comparing the one input that they are using for chemical coagulation. And when we do chemical coagulation of the output, it's very less and it's much better. And we are trying to work on this, and I am after this industry to upgrade this. Still they are having some issues, but we're trying, and presently we are doing the genotoxic study, or you can say fish studies with this. And this is what I have made in my university. So this is a constructed wetland. The system again under the Rashtriya Uch Shiksha Abhiyan RUSA. So we have made this wetland. So water will go like this, and this is the section. And we're trying to treat the you can say output of our wastewater treatment plant. And this is what is being, we are using different types of plants, trying to make, you can see this canna plant, and this is very fascinating for me. This is after you can say 2 weeks. You can see a lot of roots, and that's what I am looking at, rhizoremediation. So giving microbes to these roots and putting these roots in these bricks, and these plants are growing very well. And this is the pistia that I have got from a village pond, and that is growing very well. This is known for increasing the oxygen in the water and also degrading some pollutants. So this is what is next part. Just one student is doing on e-waste, and we started with the polybrominated diphenol, couldn't get anything. Then simple ones. Now we are working on, we have got a microorganism which can degrade tribromophenols. And this is what we have done, phytotoxicity with the wheat, Triticum aesticum. And you can see that treated systems, they are better than the non-treated systems. And this is what is on the mouse fibroblast cell lines. So all these things, they can be made part of the validation. Even if we are doing it in our system where everything is going to be toxic. So that's what we do. And that's basically, thank you for your patience. And that's what I look for your suggestions and comments, because this is, I've done a lot of work in my lab, but nowadays I'm trying to translate into the field. Now lab work is I think now over for me. So looking for that's how I came in touch with Dr. Shabda, and because of him I am here and interacting with you. So thank you very much. Basically, it's supposed to be doing water in chemical evaluation. Okay, and has been used extensively by Indonesia on the river Sitaram. Now Sitaram se Atamana CITA are go to that. So this is the great Edward Rhizor. Now you can switch with. I'm looking for the macrophytes. Canna is the easily available one, and I have got it from that is Typhon, and one more pegmatase. So all are under non-forest. Yeah, the forest systems. I have asked wildlife people to bring me those. I'm looking for lotus and water lilies, so that we can put them also in the last part, so that last body can give us a better. So basic thing is that if it can be integrated somewhere, then obviously that. Excuse me, sir. Just a moment. So we will be having a question answer session in the last session, right? So we have the hand schedule, and let's move forward. So we will take the question answers. We are having a session for that, full session. So, and let's move. So, thank you, Dr. Saab. And we need more research by the universities. I'm again re-emphasizing that more research is needed, and it's amazing that you have done research with the textile dyeing unit in Amritsar. So that is very, very relevant for Ludhiana also. So because our main problem is because of the dyeing industry. Thank you very much. So our next
Speaker is Dr. Puneet Pal Chimaji. So, some brief intro I will give about Dr. Chima. He is currently working as वो assistant professor environmental engineering के GNE में हैं, काम कर रहे हैं और करीब 17 years का उनका रिसर्च, टीचिंग और कंसल्टेंसी का एक्सपीरियंस है। डिस्ट्रिक्ट लेवल पर इन्वायरमेंटल इम्पैक्ट असेसमेंट अथॉरिटी के साथ वो काम कर रहे हैं लुधियाना में, तो इनका काफ़ी से होगा, इनकी काफ़ी बातें लोग मानते होंगे डिविजनल कमिश्नर पटियाला के अंदर। इनकी जो रिसर्च एरिया है वो डिसेंट्रलाइज्ड वेस्ट वाटर मैनेजमेंट है, वेरी रेलिवेंट टू आवर प्रॉब्लम्स इन लुधियाना। सो नेचुरल वेस्ट वाटर ट्रीटमेंट, वेस्ट मिनिमाइजेशन टेक्निक्स, एनवायरमेंटल मॉनिटरिंग, वेस्ट वाटर रीयूज, तो सब कुछ बहुत रेलिवेंट है। सो करीब इन्होंने एमटेक के 30 स्टूडेंट्स को इन्होंने गाइड किया है, 15 रिसर्च पेपर पब्लिश किए हैं, 17 कॉन्फ्रेंस पेपर्स इन्होंने दिए हैं और एक बुक भी लिखी है इन्होंने और 2 बुक्स को एडिट भी किया है। इनके जो कंप्लीटेड रिसर्च स्टडीज हैं वो है TEQIP 3 sponsored research work on process optimization of upgraded biochemical treatment for excess sludge minimization from Tenri wastewater. This was done in 2021 at a cost of ₹12 lakhs. एक दूसरा स्पॉन्सर्ड रिसर्च किया है इन्होंने, अपग्रेडेशन ऑफ एनालिटिकल कैपेबिलिटीज ऑफ एनवायरमेंटल इंजीनियरिंग। स्पॉन्सरिंग एजेंसी थी इसकी AICTE गवर्नमेंट की। ये 16 लाख का रिसर्च था, 16 lakhs का। और इन्होंने डेवलप किया है एडवांस एनवायरमेंटल इंजीनियरिंग का एक लैब डेवलप किया है, काफ़ी स्टेट ऑफ द आर्ट इनके इनिशिएटिव पर है, करीब 40 लाख की लैब है, तो ये बहुत स्टेट ऑफ द आर्ट और अच्छी लैब है। और दूसरा इन्होंने कई कंसल्टेंसी असाइनमेंट्स वेस्ट वाटर के ऊपर, रेन वाटर हार्वेस्टिंग के ऊपर और STP डिजाइन्स के ऊपर इन्होंने कंसल्टेंसी वर्क भी किया है। वाटर ऑडिटिंग करते हैं, वेस्ट वाटर रीयूज प्रोजेक्ट्स 40 लाख की हैं इनकी, तो ये काफ़ी मतलब प्रैक्टिकल काम कर रहे हैं और हमको लगता है कि आने वाले टाइम में इनका कंट्रीब्यूशन काफ़ी रहेगा लुधियाना के लिए। सो आई वेलकम डॉक्टर शीमा, प्लीज टेक दैट। Thank you, sir. Very good afternoon, ladies and gentlemen. साਰਿਆਂ ਨੂੰ ਸਤਿ ਸ੍ਰੀ ਅਕਾਲ। बड़े थोड़े लोग हैं लेकिन बड़े मैच्योर और सिलेक्टेड लोग, मज़ा आंदा है कई बारी कि इदां दे ऑडियंस के सामने भी कुछ कहा जाए। तो जिदा पहला सारे कह के गए ने कि वी आर टॉकिंग ऑन बुड्ढा नाला टुडे। सो साडा जो काम अज टॉक का जो फोकस है बुड्ढा नाला है। डॉक्टर शारदा जी का जो फोन आया, मैं कहा बुड्ढा नाला के ऊपर काम तो किया कुछ मेरे स्टूडेंट्स ने, बट हो गया टाइम उन्होंने 10-12 साल, उन्होंने लगता नहीं कि शायद उन्होंने दोबारा मैं रिपीट कर पाऊँ। नाउ डेज मैं थोड़ा जहा ये ऊपर काम कर रहे हैं। रूरल वाटर मैनेजमेंट मॉडल सिस्टम बहुत रेलिवेंट है, अभी तकरीबन सारी पिंडों को ही आए हुए हैं, बेशक शहरों च रहिंदे होइए। तो we started working on it around 8 years back. A little bit background कि है कि पता है सानू सारे को पता है कि छप्पड़ जिन्होंने कह दें या विलेज पॉइंट बड़ा इंपॉर्टेंट एक सोर्स सीगा पानी का। किसी टाइम ते असी पानी पी भी लेंदे सी, उतों ना भी लेंदे सीगे, पुरानी गल है लेकिन अजकल नहीं है वो।
ਕਾਰਨ ਕੀ ਹੋਇਆ ਜੀ, ਵੇਸਟ ਵਾਟਰ ਬੜਾ ਇਕੱਠਾ ਹੋ ਗਿਆ। ਅਸੀਂ ਪਿੰਡਾਂ 'ਚ ਕੋਠੀਆਂ ਬਹੁਤ ਵੱਡੀਆਂ ਬਣਾ ਲਈਆਂ, ਫਲਸ਼ ਸਿਸਟਮ ਆ ਗਿਆ। ਵੇਸਟ ਵਾਟਰ ਜਾਂ ਗ੍ਰੇ ਵਾਟਰ ਹੋਣਾ ਚਾਹੀਦਾ, ਜਾਂਦਾ ਸੀ ਉੱਥੇ ਹੀ ਜਾਂਦਾ ਸੀ ਕਦੇ ਵੇ ਬੈਕ, ਮਤਲਬ ਗ੍ਰੇ ਵਾਟਰ, ਸਟੋਮ ਵਾਟਰ। ਲੇਕਿਨ ਉਹ ਹੁਣ ਪੱਕੀਆਂ ਫਲਸ਼ਿਸ ਹੋਣ ਕਰਕੇ ਜਾਂ ਕੁਝ ਸਾਡੇ ਹੈਬਿਟਸ ਚੇਂਜ ਹੋ ਗਈਆਂ। ਅਸੀਂ ਡਾਕਟਰ ਸ਼ਾਰਦਾ ਜੀ ਗੱਲ ਕਰ ਰਹੇ ਸੀਗੇ, ਅਸੀਂ ਕੈਮੀਕਲਸ ਬੜੇ ਯੂਜ਼ ਕਰਦੇ ਹਾਂ, ਸਾਬੁਨ ਯੂਜ਼ ਕਰਦੇ ਹਾਂ, ਹੋਰ ਬੜਾ ਕੁਝ ਅਸੀਂ ਯੂਜ਼ ਕਰਦੇ ਹਾਂ। ਸੋ ਸਾਰਾ ਕੁਝ ਵਿਦ ਟਾਈਮ ਜਾਣਾ ਤਾਂ ਉੱਥੇ ਹੀ ਹੈ, ਔਰ ਵਿਦ ਟਾਈਮ ਉਹ ਪੋਲਿਊਟ ਹੀ ਹੋ ਰਿਹਾ, ਬਿਕੋਜ਼ ਵੀ ਡੋਂਟ ਹੈਵ ਐਨੀ ਸਿਸਟਮ ਫॉर द ट्रीटमेंट ऑफ these pollutants in the pond, and we cannot put resources there. ਅਸੀਂ ਨਹੀਂ ਕਰ ਸਕਦੇ, there are some limitations. ਓਪਨ ਡੈਫੀਕੇਸ਼ਨ ਬਿਲਕੁਲ ਨਹੀਂ ਹੋਣੀ ਚਾਹੀਦੀ, ਲੇਕਿਨ ਓਪਨ ਡੈਫੀਕੇਸ਼ਨ ਦਾ ਨਾ ਹੋਣ ਕਰਕੇ ਜੋ ਬਲੈਕ ਵਾਟਰ ਹੈ ਉਹ ਵੀ ਜਾਣਾ ਸ਼ੁਰੂ ਹੋ ਗਿਆ ਛੱਪੜ 'ਚ। ਹਾਂ, ਨਹੀਂ ਹੋਣੀ ਚਾਹੀਦੀ, ਆਈ ਐਮ ਨੋ ਵੇ ਆਈ ਐਮ ਐਡਵੋਕੇਟਿੰਗ ਓਪਨ ਡੈਫੀਕੇਸ਼ਨ, ਬਟ ਸਟਿਲ ਸਾਨੂੰ ਕਾਰਨ ਤਾਂ ਸਮਝਣਾ ਪਏਗਾ ਕਿ ਪਹਿਲਾਂ ਕਿਉਂ ਨਹੀਂ ਸੀ ਇਹ ਪ੍ਰੋਬਲਮ। ਛੱਪੜ ਸਾਡੇ ਪਿੰਡ 'ਚ ਮੈਨੂੰ ਲੱਗਦਾ ਕਿ ਆਦਮੀ ਵੀ ਨਹੀਂ ਹੋਏਗਾ ਜੋ ਤੋਂ ਪਹਿਲਾਂ ਛੱਪੜ ਹੋਣਗੇ, ਬਟ ਕਾਰਨ ਸਮਝਣਾ ਜ਼ਰੂਰੀ ਹੈ। ਹੁਣ ਬਹੁਤ ਪੋਲਿਊਟਿਡ ਹੋ ਗਏ, ਕੀ ਹੋ ਗਿਆ ਜੀ, ਹਾਈ ਆਰਗੈਨਿਕ ਕੰਟੈਂਟ ਚਲਾ ਗਿਆ ਉਹਦੇ 'ਚ, ਜਿਹਨੂੰ BOD COD ਕਹਿ ਦਿੰਦੇ ਹਾਂ ਅਸੀਂ, ਸੋਲਿਡਸ ਚਲੇ ਗਏ, ਆਰਗੈਨਿਕ ਇਨਆਰਗੈਨਿਕ, ਨਿਊਟ੍ਰੀਐਂਟਸ ਬੜੇ ਚਲੇ ਗਏ, ਫਰਟੀਲਾਈਜ਼ਰ ਯੂਜ਼ ਕਰਦੇ ਹਾਂ ਉਹ ਚਲੇ ਗਈਆਂ, ਬਹੁਤ ਕੁਝ ਚਲਾ ਗਿਆ, ਪੈਥੋਜਨਸ ਪਹੁੰਚ ਗਏ। ਨਾਓ ਫਾਈਨਲੀ ਪੌਂਡ ਵਾਟਰ ਇਜ਼ ਨੋ ਮੋਰ ਫਿਟ ਫॉर यूज। ਸੋ ਦੈਨ ਅਸੀਂ ਕੁਝ ਪਿੰਡ ਵਿਜ਼ਿਟ ਕੀਤੇ, ਦੁਆਬੇ ਏਰੀਏ 'ਚ ਕੀਤੇ, ਫਿਲੌਰ, ਨੀਅਰ ਬਾਏ ਫਿਲੌਰ, ਫਗਵਾੜਾ, ਕਪੂਰਥਲਾ। ਸੋ ਇਹ ਇੱਕ ਪਿੰਡ ਦੀ ਛੱਪੜ ਦੀ ਤਸਵੀਰ ਹੈ। ਸਾਨੂੰ ਪਤਾ ਇੱਦਾਂ ਦੀ ਤਕਰੀਬਨ ਸਾਡੇ ਸਾਰਿਆਂ ਦੇ ਪਿੰਡ ਯੂਟਰੋਫਿਕੇਸ਼ਨ ਹੈ, ਸੋਲਿਡ ਵੇਸਟ ਵਿੱਚ ਹੈ, ਕੁਛ ਵੀ ਬੋਲੋ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਰੀਸੈਂਟ ਸਟੱਡੀਜ਼ ਹੈ, ਡਾਕਟਰ ਸੈਣੀ ਹੁਣੇ ਗੱਲ ਕਰਕੇ ਗਏ ਨੇ POPs ਦੀ, ਪਰਸਿਸਟੈਂਟ ਆਰਗੈਨਿਕ ਪੋਲਿਊਟੈਂਟਸ ਦੀ। ਰੀਸੈਂਟ ਮੇਰਾ ਇੱਕ PhD ਸਟੂਡੈਂਟ ਕੰਮ ਕਰ ਰਿਹਾ, ਜਸਟ ਪਿਛਲੇ ਹਫ਼ਤੇ ਦੀ ਗੱਲ ਹੈ। We were not expecting those things to be in the water of the pond, ਲੇਕਿਨ ਸਾਨੂੰ ਉਹ ਵੀ ਮਿਲ ਗਏ। POP ਵੀ ਹੈ ਉੱਥੇ, BOD COD ਨਿਊਟ੍ਰੀਐਂਟਸ ਆਪਾਂ ਸਾਰੇ ਸਟ੍ਰੈਸ ਕਰ ਹੀ ਰਹੇ ਹਾਂ, ਹੁਣ POP ਵੀ ਆ ਗਏ ਉੱਥੇ। ਮਤਲਬ ਉੱਥੇ ਤੁਹਾਨੂੰ ਸਾਈਪਰੋਫਲੌਕਸਿਨ ਮਿਲ ਗਈ, ਤੁਹਾਨੂੰ ਪਰਸਨਲ ਕੇਅਰ ਪ੍ਰੋਡਕਟਸ ਕਈ ਤਰ੍ਹਾਂ ਦੇ ਮਿਲ ਗਏ ਉੱਥੇ, ਐਮੋਕਸੀਲੇਜ਼ ਇੱਦਾਂ ਦੀ ਕੋਈ ਮੈਡੀਸਿਨ ਹੈ ਉਹ ਮਿਲ ਗਈ ਉੱਥੇ। ਸੋ ਹੁਣ ਸਾਨੂੰ ਉਸ ਤੋਂ ਅੱਗੇ ਜਾਣ ਦੀ ਲੋੜ ਪਏਗੀ। BOD COD ਤਾਂ ਫਿਰ ਅਸੀਂ ਕੰਟਰੋਲ ਕਰ ਲਾਂਗੇ, ਲੇਕਿਨ ਇਸ ਤੋਂ ਅੱਗੇ ਜਾਣ ਦੀ ਲੋੜ ਪੈਣੀ ਹੈ ਸਾਨੂੰ। ਸੋ ਇੱਦਾਂ ਦੀ ਕੁਝ ਪ੍ਰੋਬਲਮਸ। ਇੱਕ ਛੱਪੜ ਹੈ ਜੀ, ਦੇਖੋ ਕਿੰਨਾ ਵੱਡਾ ਛੱਪੜ ਹੈ, ਬਟ ਲੇਕਿਨ ਯੂਟਰੋਫਿਕੇਸ਼ਨ ਹੋ ਰਹੀ ਹੈ ਔਰ ਅਸੀਂ ਉਹਦੀ ਕੇਅਰ ਨਹੀਂ ਕਰ ਪਾ ਰਹੇ। ਔਰ ਇਹ ਜਿੰਨਾ ਕੁ ਸਾਫ਼ ਹੈ ਉਹ ਸੈਲਫ ਪਿਊਰੀਫਿਕੇਸ਼ਨ ਕੈਪੈਸਿਟੀ ਹੈ, ਉਹ ਛੱਪੜ ਦੀ ਆਪਣੀ ਹੀ ਮਿਹਨਤ ਹੈ, ਔਰ ਉਹ ਅਸੀਂ ਕੁਝ ਨਹੀਂ ਕਰ ਰਹੇ, ਅਸੀਂ ਖਰਾਬ ਕਰਨ 'ਚ ਵੈਸੇ ਸਾਡਾ ਰੋਲ ਹੈ। ਇੱਕ ਪਿੰਡ 'ਚ ਹੈ, ਬੜਾ ਅੱਛਾ ਉਹਨਾਂ ਨੇ ਮੇਨਟੇਨ ਕੀਤਾ ਹੋਇਆ ਸੀ। ਤੁਸੀਂ ਬੈਂਕਸ ਦੇਖੋ ਛੱਪੜ ਦੇ, ਔਰ ਇੱਥੇ ਉਹਨਾਂ ਨੇ ਮਤਲਬ ਦੇਖੋ ਇੱਥੇ ਇਹਨਾਂ ਨੇ ਕੁਝ ਕੋਸ਼ਿਸ਼ ਕੀਤੀ, ਬਟ ਲੇਕਿਨ ਉਹ ਮੇਨਟੇਨ ਨਹੀਂ ਹੋਇਆ। ਮੇਨਟੇਨ ਨਾ ਹੋਣ ਕਰਕੇ ਉਹ ਯੂਟਰੋਫਿਕੇਸ਼ਨ ਹੋ ਗਈ, ਡਕਵੀਟ ਜਿਹੜੀ ਕੰਟਰੋਲ ਕਰਨੀ ਚਾਹੀਦੀ ਸੀ ਉਹ ਇੰਨੀ ਜ਼ਿਆਦਾ ਹੋ ਗਈ, ਐਕਸੈਸਿਵ ਗਈ। ਫਾਈਨਲੀ ਇਹ ਕੰਡੀਸ਼ਨ ਹੋ ਗਈ, ਐਂਡ ਵੀ ਡੂ ਨਾਟ ਵਾਂਟ ਸੱਚ ਕਾਈਂਡ ਆਫ ਕੰਡੀਸ਼ਨ। ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ, ਹਰਾ ਹਰਾ ਜਿਹਾ। ਇਹ ਦੇਖੋ ਜੀ ਨਾਲਾ, ਇਹ ਕੋਈ ਸ਼ਹਿਰ ਦਾ ਨਾਲਾ ਨਹੀਂ ਹੈ, ਪਿੰਡ ਦਾ ਨਾਲਾ ਹੈ ਜਿਹੜਾ ਕਿ ਛੱਪੜ ਡਿੱਗ ਰਿਹਾ। ਕਾਰਨ ਕਈ ਕਾਰਨ ਹੈ। ਇੱਕ ਕਾਰਨ ਹੈ ਇੱਦਾਂ ਦਾ, ਇੱਕ ਪਿੰਡ 'ਚ ਗਏ ਅਸੀਂ, ਪਾਣੀ ਜਸਟ ਮੈਂ ਵੈਸੇ ਹੀ ਮੈਂ ਕਿਹਾ ਚਲੋ ਦੇਖੀਏ ਕੀ ਹੈ ਪਾਣੀ ਦਾ। ਲੀਕੇਜ ਜੀ ਇੰਨੀ, ਲੀਕੇਜ ਕਰ ਲਓ ਜਾਂ ਵੇਸਟੇਜ ਕਰ ਲਓ, 20 ਲੀਟਰ ਪਰ ਮਿੰਟ। 8 ਘੰਟੇ ਪੁੱਛਿਆ ਜੀ ਪਾਣੀ ਕਿੰਨਾ ਗੰਦਾ ਜੀ, ਕਹਿੰਦੇ 8 ਘੰਟੇ ਤਕਰੀਬਨ ਆਉਂਦਾ। ਮਤਲਬ ਇੱਕ ਨਲਕੇ ਤੋਂ 10,000 ਲੀਟਰ ਦੇ ਕਰੀਬ ਪਾਣੀ ਉਹ ਆ ਗਿਆ। ਇੱਕ ਪਿੰਡ ਦੇ ਸਿਰਫ ਇੱਕ ਨਲਕੇ ਦੇ ਹਾਲਾਤ ਹੈ, ਬਾਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੀ ਹਾਲਾਤ ਹੈ ਸਾਡੇ ਪਿੰਡਾਂ ਦੇ। ਇੱਕ ਟੂਟੀ ਲਾਣਾ ਵੀ ਸ਼ਾਇਦ ਅਸੀਂ ਜ਼ਰੂਰੀ ਨਹੀਂ ਸਮਝਦੇ, ਤੇ ਅਸੀਂ ਦੈਨ ਵੀ ਆਰ ਟਾਕਿੰਗ ਅਬਾਊਟ ਵਾਟਰ ਪੋਲਿਊਸ਼ਨ। ਪੌਂਡ ਐਨਕਰੋਚਮੈਂਟ ਇਹ ਪਿੰਡ ਹੈ ਜੀ, ਇਹ ਪਿੰਡ ਸੀਗਾ ਫਗਵਾੜੇ ਦੇ ਕੋਲ, ਬਿਲਕੁਲ ਹਾਈਵੇ ਦੇ ਉੱਪਰ ਹੀ ਹੈ। ਤੋ ਹਾਈਵੇ ਦੇ ਉੱਪਰ ਹੋਣ ਕਰਕੇ ਮੈਨੂੰ ਲੱਗਦਾ ਜ਼ਿਆਦਾ ਉੱਥੇ ਲੋਕੀ ਰਹਿਣ ਆ ਗਏ। ਇਹ ਦੇਖੋ ਬਿਲਕੁਲ ਤੁਸੀਂ ਘਰ ਬਿਲਕੁਲ ਹੀ ਛੱਪੜ ਦੇ ਵਿੱਚ ਪਹੁੰਚਿਆ। ਹੁਣ ਛੱਪੜ ਘਰ ਦੇ ਅੰਦਰ ਚਲਾ ਗਿਆ ਜੀ, ਘਰ ਛੱਪੜ ਦੇ ਅੰਦਰ ਆ ਗਏ। ਮਤਲਬ ਇਹ ਤਾਂ ਕੱਲ ਨੂੰ ਕਹਾਂਗਾ ਜੀ ਪਾਣੀ ਮੇਰੇ ਘਰਾਂ 'ਚ ਵੜ ਗਿਆ, ਉਹ ਘਰਾਂ 'ਚ ਪਾਣੀ ਥੋੜ੍ਹੀ ਵੜਿਆ ਵੀ, ਤੁਹਾਡੇ ਘਰ ਹੀ ਤੁਸੀਂ ਛੱਪੜ ਦੇ ਅੰਦਰ ਲੈ ਆਏ। ਦੋ ਚੀਜ਼ਾਂ ਸਾਨੂੰ ਬੜੀ ਇੰਟਰਸਟਿੰਗ ਔਰ ਬੜੀ ਮਤਲਬ ਹੈਰਾਨੀ ਵਾਲੀਆਂ ਪਤਾ ਲੱਗੀਆਂ ਸਟੱਡੀ ਨਾਲ। ਪਰ ਕੈਪੀਟਲ ਵੇਸਟ ਵਾਟਰ ਜਨਰੇਸ਼ਨ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਸੀ।
ਪਿੰਡਾਂ 'ਚ 91 to 181 ਲੀਟਰਸ ਪਰ ਕੈਪੀਟਾ ਪਰ ਡੇ ਵੇਸਟ ਵਾਟਰ ਜਨਰੇਸ਼ਨ। ਅਸੀਂ ਕਹਿੰਦੇ ਆ ਕਿ 90 ਲੀਟਰ ਪਰ ਕੈਪੀਟਾ ਪਰ ਡੇ, 90 ਲੀਟਰ ਇੱਕ ਪਰ ਪਰਸਨ ਪਰ ਡੇ ਨਾਲ ਅਸੀਂ ਵੇਸਟ ਵਾਟਰ ਵਾਟਰ ਸਪਲਾਈ ਸਕੀਮ ਡਿਜ਼ਾਈਨ ਕਰਦੇ ਹਾਂ। ਉਹਦਾ 80% ਅਸੀਂ ਮੰਨ ਲਓ ਤੁਸੀਂ ਕਿ ਵੇਸਟ ਵਾਟਰ ਜਨਰੇਟ ਹੋ ਰਿਹਾ ਹੈ। 70-75 ਲੀਟਰ ਪਰ ਪਰਸਨ ਪਰ ਡੇ ਵੇਸਟ ਵਾਟਰ ਜਨਰੇਟ ਹੋਣਾ ਚਾਹੀਦਾ ਪਿੰਡਾਂ 'ਚ। 75 ਵੀ ਲਾ ਲਈਏ, ਚਲੋ 80 ਲਾ ਲਓ। ਲੇਕਿਨ ਇੱਥੇ ਦੇਖੋ ਤੁਸੀਂ ਕਿ 91 ਤੋਂ 90 ਤੋਂ 180। ਕਾਰਨ ਹੈ ਇਹਦਾ COD ਬੜੀ ਹਾਈ ਸੀ। ਕਈ ਪੈਰਾਮੀਟਰ ਕੀਤੇ ਅਸੀਂ TSS, BOD, COD, ਨਿਊਟ੍ਰੀਐਂਟ। COD ਦੇਖੋ ਤੁਸੀਂ 487, 795। ਇੰਨਾ ਐਕਸਪੈਕਟਡ ਨਹੀਂ ਹੈ। ਇੰਨਾ ਐਕਸਪੈਕਟਡ ਸ਼ਹਿਰਾਂ 'ਚ ਵੀ ਨਹੀਂ ਹੁੰਦਾ, ਡਾਇਲੂਸ਼ਨ ਹੋ ਜਾਂਦੀ ਹੈ ਜਾਂ ਕੀ ਕਾਰਨ ਹੈ। ਇੱਥੇ ਸ਼ਹਿਰਾਂ 'ਚ ਨਹੀਂ ਹੈ ਲੇਕਿਨ ਉੱਥੇ ਹੈ, ਇਹਦਾ ਵੀ ਕਾਰਨ ਹੈ। Flow or strength, these are influenced by human to cattle population ratio. Cattle is a very what you say essential part है, मतलब inseparable है ਪਿੰਡਾਂ ਦੇ ਵਿੱਚ। ਜਿੰਨਾ ਮਰਜ਼ੀ ਅਸੀਂ ਕਹੀਏ ਕਿ ਅਸੀਂ ਬਾਹਰ ਕਰਦੇ ਹਾਂ ਲੇਕਿਨ ਨਹੀਂ ਹੈ, ਘਰਾਂ ਦੇ ਵਿੱਚ ਡੰਗਰ ਹੈ। ਹੁਣ ਡੰਗਰਾਂ ਦੇ ਹੋਣ ਕਰਕੇ ਇੱਕ ਹੈ ਸਾਡੇ ਕੋਲ ਆਈ ਕਿ ਲੋਅਰ ਦੀ ਰੇਸ਼ੋ ਹਾਇਰ ਦੀ ਫਲੋਜ਼ ਐਂਡ ਦੀ ਸਟਰੈਂਥ। ਇਹਦੀ ਰੇਸ਼ੋ ਹਿਊਮਨ ਪੋਪੂਲੇਸ਼ਨ ਔਰ ਕੈਟਲ ਪੋਪੂਲੇਸ਼ਨ ਦੀ ਆਪਾਂ ਡਿਵਾਈਡ ਕਰਕੇ ਦੇਖੀਏ, ਜਿੰਨੀ ਘੱਟ ਰੇਸ਼ੋ ਆਏਗੀ ਉਨਾ ਹੀ ਜ਼ਿਆਦਾ ਫਲੋ ਹੋਏਗਾ, ਉਨੀ ਜ਼ਿਆਦਾ ਮਤਲਬ ਇਹ ਚੀਜ਼ ਉਨੀ ਜ਼ਿਆਦਾ 180 ਦੇ ਨੇੜੇ ਹੋਏਗੀ ਔਰ ਸਟਰੈਂਥ ਵੀ ਉਨੀ ਜ਼ਿਆਦਾ ਹੋਏਗੀ, ਯਾਨੀ ਕਿ COD 795 ਦੇ ਨੇੜੇ ਹੋਏਗੀ। ਹੁਣ ਇਹਦਾ ਮਤਲਬ ਕਿ ਜੇ ਜ਼ਿਆਦਾ ਡੰਗਰ ਹੈ, ਅਸੀਂ ਪਾਣੀ ਜ਼ਿਆਦਾ ਇਸਤੇਮਾਲ ਕਰ ਰਹੇ ਹਾਂ ਉਹਨਾਂ ਵਾਸਤੇ, ਔਰ ਕਿਉਂਕਿ ਕਾਊ ਡੰਗਰ ਹੈ ਤਾਂ ਕਾਊ ਡੰਗ ਹੋਏਗਾ। ਔਰ ਕਾਊ ਡੰਗ ਇੱਕ ਇਹੋ ਜਿਹੀ ਚੀਜ਼ ਹੈ ਜਿਹੜਾ ਕਿ ਤੁਹਾਡੀ ਕਈ ਫਾਇਦੇ ਨੇ ਉਹਦੇ। ਡਾਕਟਰ ਸੈਣੀ ਦੱਸ ਕੇ ਵੀ ਕਹਿੰਦੇ ਕਿ ਯੂਜ਼ ਹੁੰਦਾ ਉਹ ਕਾਊ ਡੰਗ ਜਦੋਂ ਅਸੀਂ ETP STP ਅਸੀਂ ਕਮਿਸ਼ਨਿੰਗ ਕਰਨੀ ਹੁੰਦੀ ਹੈ। ਲੇਕਿਨ ਉਹ ਅਗਰ ਅਨਟ੍ਰੀਟਿਡ ਜਾਂ ਜ਼ਿਆਦਾ ਕਾਊ ਡੰਗ ਥਰੂ ਡਰੇਨ ਸਾਡੇ ਛੱਪੜ ਤੱਕ ਜਾ ਰਿਹਾ ਹੈ, ਦੈਟ ਵਿਲ ਐਡ ਟੂ ਦੀ COD, ਯਾਨੀ ਕਿ ਆਰਗੈਨਿਕ ਕੰਟੈਂਟ। ਅਗਰ ਮੈਨੂੰ ਆਸਾਨ ਸ਼ਬਦਾਂ 'ਚ ਕਹਾਂ, ਆਰਗੈਨਿਕ ਕੰਟੈਂਟ ਬਹੁਤ ਵਧਾਏਗਾ। ਆਰਗੈਨਿਕ ਕੰਟੈਂਟ ਵੱਧ ਗਿਆ, ਆਰਗੈਨਿਕ ਕੰਟੈਂਟ ਦੀ ਪ੍ਰੋਪਰਟੀ ਹੈ ਕਿ ਸਟੇਬਲਾਈਜ਼ ਹੋਣੇ ਉਹਨੇ ਆਕਸੀਜਨ ਲਏਗਾ, ਆਕਸੀਜਨ ਪਾਣੀ ਤੋਂ ਲਏਗਾ, ਅਲਟੀਮੇਟਲੀ ਪਾਣੀ ਤੁਹਾਡਾ ਡਿਵਾਇਡ ਆਫ ਆਕਸੀਜਨ ਖਤਮ ਹੋ ਜਾਏਗੀ, ਐਨਾਰੋਬਿਕ ਹੋ ਜਾਏਗਾ, ਕਾਲਾ ਹੋ ਜਾਏਗਾ ਜਾਂ ਬਰਾਊਨਿਸ਼ ਵਾਲ ਹੁੰਦੇ ਹੌਲੀ ਹੌਲੀ ਕਾਲਾ ਹੋਏਗਾ, ਜੋ ਕਿ ਛੱਪੜਾਂ ਦੇ ਹਾਲਾਤ ਹੋ ਰਹੇ ਨੇ। ਚਲੋ ਮੈਂ ਪੂਰਾ ਤਾਂ ਨਹੀਂ ਕਹੂੰਗਾ ਛੱਪੜ ਕਾਲੇ ਹੋ ਗਏ, ਹਾਲਾਤ ਹੋ ਰਹੇ ਨੇ। ਬੁੱਢੇ ਨਾਲਾ ਤਾਂ ਹੋ ਹੀ ਗਿਆ ਕਾਲਾ ਕਿਉਂਕਿ ਉੱਥੇ ਆਕਸੀਜਨ ਹੈ ਹੀ ਨਹੀਂ। ਐਂਡ ਸੈਡਲੀ ਟੂ ਸੇ ਕਿ ਅਗਰ ਤੁਸੀਂ ਫਿਲੌਰ ਵਾਲਾ ਪੁਲ ਪਾਰ ਕਰੋ ਤਾਂ ਸਤਲੁਜ ਦੇ ਵੀ ਇਹੀ ਹਾਲਾਤ। ਦੈਨ ਵਾਟ ਇਜ਼ ਦੀ ਕੰਟੈਂਪਰੇਰੀ, ਅੱਜ ਕੱਲ੍ਹ ਕੀ ਹੋ ਰਿਹਾ ਹੈ? ਅੱਜ ਕੱਲ੍ਹ ਰੂਰਲ ਵਾਟਰ ਕਿੱਦਾਂ ਹੈ ਜੀ? ਸਪਲਾਈ ਸਿਸਟਮ ਹੈ ਕੋਈ, ਉਹਦੇ 'ਚ ਗਰਾਊਂਡ ਵਾਟਰ ਯੂਜ਼ ਹੋ ਰਿਹਾ ਹੈ, ਸਰਫੇਸ ਵਾਟਰ ਹੈ, ਰੇਨ ਵਾਟਰ ਪਤਾ ਨਹੀਂ ਸ਼ਾਇਦ ਥੋੜਾ ਬਹੁਤ ਹੈ। ਦੈਨ ਹਾਊਸ ਹੋਲਡ ਵਾਟਰ ਸੋਰਸਿਸ, ਇਹ ਜਿਹੜਾ ਹਾਊਸ ਹੋਲਡ ਵਾਟਰ ਸੋਰਸਿਸ ਹੈ, ਕਿਉਂ ਇੰਨਾ ਜ਼ਿਆਦਾ ਵੇਸਟ ਵਾਟਰ 90 ਤੋਂ 180 ਲੀਟਰ ਪਰ ਕੈਪੀਟਾ ਆ ਰਿਹਾ ਸੀਗਾ? ਜਿਹੜਾ ਹਾਊਸ ਹੋਲਡ ਵਾਟਰ ਸੋਰਸਿਸ ਹੈ, ਹਰ ਕਿਸੇ ਦੇ ਘਰ ਮੋਟਰ ਲੱਗੀ ਹੋਈ ਆ ਤਕਰੀਬਨ ਜ਼ਿਆਦਾ ਨਹੀਂ ਤਾਂ ਮੈਂ ਅਗਰ ਕੰਜ਼ਰਵੇਟਿਵ ਸਾਈਡ ਤੇ ਵੀ ਚੱਲਾਂ ਤਾਂ 60% ਘਰਾਂ ਦੇ ਵਿੱਚ ਮੋਟਰ ਲੱਗੀ ਹੈ ਪਿੰਡਾਂ ਦੇ ਵਿੱਚ। ਔਰ ਜਿਹੜਾ ਹਾਊਸ ਹੋਲਡ ਵਾਟਰ ਸੋਰਸਿਸ ਹੈ, ਇਹਦੇ ਕਰਕੇ ਹੀ ਔਰ ਮੋਟਰ ਚਲਾਣੀ ਹੈ, ਕੀ ਕਰਨਾ ਜੀ? ਬਟਨ ਦਬਾਉਣਾ, ਸਿਰਫ ਮੋਟਰ ਚੱਲੇਗੀ, ਹੋਰ ਕੁਝ ਨਹੀਂ ਕਰਨਾ। ਔਰ ਇਹਦੇ ਕਰਕੇ ਜਿਹੜਾ ਉਹ ਇੰਨਾ ਜ਼ਿਆਦਾ 180 ਲੀਟਰ ਪਰ ਕੈਪੀਟਾ ਡੇ ਆ ਰਿਹਾ, ਉਹ ਇਹਦੇ ਕਰਕੇ ਆ ਰਿਹਾ। ਰੇਨ ਵਾਟਰ ਹਾਰਵੈਸਟਿੰਗ ਪਤਾ ਨਹੀਂ, ਕੁਐਸਚਨ ਮਾਰਕ ਦਾ ਮਤਲਬ ਇਹ ਹੈ ਕਿ ਪਤਾ ਨਹੀਂ ਸ਼ਾਇਦ ਹੈ ਜਾਂ ਨਹੀਂ ਹੈ। ਵੈਸੇ ਅਗਰ ਹੋਣ ਤਾਂ ਉਹ ਇਸ ਕੰਮ ਆ ਸਕਦੇ ਨੇ। ਫਾਈਨਲੀ ਤੁਸੀਂ ਇਹ ਸਭ ਕੁਝ ਕਰ ਰਹੇ ਹੋ, ਵਾਟਰ ਸਪਲਾਈ ਸਿਸਟਮ ਹੈ ਪਿੰਡਾਂ 'ਚ। ਅਸੀਂ ਤਕਰੀਬਨ 10 ਪਿੰਡ ਸਟੱਡੀ ਕੀਤੇ, 10 ਪਿੰਡਾਂ 'ਚੋਂ 7 ਦੇ ਵਿੱਚ ਸੀਗਾ ਸਿਸਟਮ, 7 'ਚ ਨਹੀਂ ਸੀ। ਵਾਟਰ ਸਪਲਾਈ ਮਤਲਬ ਸਰਕਾਰੀ ਸਿਸਟਮ ਜਿਹੜਾ ਉੱਥੋਂ ਪਾਣੀ ਆ ਰਿਹਾ, ਫਾਈਨਲੀ ਇਟ ਵਿਲ ਬੀ ਕਨਵਰਟਡ ਇਨਟੂ ਵੇਸਟ ਵਾਟਰ, ਸੀਵੇਜ। ਜਾਣਾ ਕਿੱਥੇ ਉਹਨੇ ਜਾਣਾ ਜੀ? ਛੱਪੜ ਜਾਣਾ, ਲੋਐਸਟ ਪੁਆਇੰਟ ਆਫ ਯੂਅਰ ਵਿਲੇਜ ਛੱਪੜ, ਉੱਥੇ ਜਾਏਗਾ। ਅੱਛਾ, ਜਦੋਂ ਬਾਰਿਸ਼ ਆਏਗੀ ਉਹ ਵੀ ਪਾਣੀ ਉੱਥੇ ਜਾਏਗਾ। ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ, ਰੀਕਲੇਮਡ ਹੋ ਰਿਹਾ ਜੀ, ਬਿਲਕੁਲ ਹੋ ਰਿਹਾ ਰੀਕਲੇਮਡ ਵਾਟਰ ਇਰੀਗੇਸ਼ਨ। ਲੋਕਾਂ ਨੇ ਉਹਦੇ 'ਚ ਮੋਟਰਾਂ ਪਾਈਆਂ ਹੋਈਆਂ ਔਰ ਯੂਜ਼ ਕਰ ਰਹੇ ਨੇ। ਹੁਣ ਉਹਦੇ 'ਚ ਚਾਹੇ ਉਹ COD ਜ਼ਿਆਦਾ, BOD ਜ਼ਿਆਦਾ, ਪੈਥੋਜਨਸ ਜ਼ਿਆਦਾ ਹੈ, ਕੁਛ ਵੀ ਜ਼ਿਆਦਾ, ਲੇਕਿਨ ਲੋਕ ਯੂਜ਼ ਕਰ ਰਹੇ ਨੇ। ਉਹਦੇ ਨਾਲ ਬਹੁਤ ਅੱਛੀ ਕਣਕ ਹੁੰਦੀ ਹੈ, ਉਹਦੇ ਨਾਲ ਬਹੁਤ ਅੱਛਾ ਝੋਨਾ ਹੋ ਜਾਂਦਾ, ਬਹੁਤ ਵਧੀਆ। ਬਟ ਲੋਕੀ ਸਟਿਲ ਦੇ ਆਰ ਯੂਜ਼ਿੰਗ। ਸੋ ਦੀਜ਼ ਆਰ ਸਮ ਆਫ ਦੀ ਕੰਸਰਨਸ ਜੋ ਸਾਨੂੰ ਸਾਡੀ ਸਟੱਡੀ ਤੋਂ ਪਤਾ ਲੱਗਾ। ਰੂਰਲ ਵਾਟਰ ਮੈਨੇਜਮੈਂਟ ਕੋਈ ਧਿਆਨ ਨਹੀਂ ਹੈ ਜੀ, ਅਨਸਸਟੇਨੇਬਲ ਅਸੀਂ ਕਹਿ ਦਿੰਦੇ ਹਾਂ, ਨਾਟ ਫਿਜ਼ੀਬਲ, ਨਾਟ ਵਾਇਬਲ, ਜਾਂ ਹਾਲੇ ਤੱਕ ਅਸੀਂ 400-500 ਫੁੱਟ ਤੱਕ ਜਾ ਕੇ ਸਾਨੂੰ ਮਤਲਬ ਅਸੀਂ ਕਰਾਂਗੇ ਕੋਈ ਪ੍ਰੋਬਲਮ ਨਹੀਂ, ਅਸੀਂ ਹੋਰ ਥੱਲੇ ਜਾ ਸਕਦੇ ਹਾਂ। ਵਾਟਰ ਸਕੈਰਸਿਟੀ
डिटोरेटिंग वाटर क्वालिटी, सैनिटेशन प्रॉब्लम पिंडा च बहुत ज़्यादा है। हालांकि असी अपने घर फ्लशिज बनाई हुई है पिंडा च, लेकिन फिर भी सैनिटेशन अगर तुसी फ्लश का पानी घरों कट के बाहर ड्रेन च अगर ओपन ड्रेन च फ्लो कर रहा है या ओपन ड्रेन नहीं है, तुसी होगे सीवर है जी मेरे तो पिंड फाइनली का छप्पड़ च गया ना, छप्पड़ में उन्हें खराब करता, सैनिटेशन का प्रॉब्लम खड़ी कर ही रहा हो। सीवरेज या सीवेज ट्रीटमेंट फैसिलिटीज है ही नहीं कई पिंडा च। सर्विस सैक्टर बहुत घट है, या तो लोग वाटर सप्लाई तक असैस नहीं है, या अगर है तो अगर प्रेजेंट है तो लोगों को तक यूज का नहीं पता या कितना करना है, या प्रॉपर वो अपनी जगह तक नहीं पहुंच रहा, या प्रॉपर वो फंक्शन नहीं कर रहा। दैन फ्लडिंग ऑफ रूरल एरिया विद स्ट्रॉन्ग वाटर के ऊपर साਡਾ बिल्कुल ध्यान नहीं है। स्ट्रॉन्ग वाटर के ऊपर चलो पिंडां तो बहुत दूर की गल है जी, शहरों च नहीं ध्यान। लुधियाने वर्गी सिटी तुसी हुणे जुलाई के पहले हफ्ते देख लो की हाल होंगे। वी कैन move a boat on the roads. Then heavily polluted village ponds, again our target area. Declining groundwater table and groundwater pollution. So, कुछ problems है. We try to give a solution. Conservative use of water कितना कराएंगे conservative use? मीटर लगा दो जी, मीटर लगा दो water supply के ऊपर थोड़ा जा चार्जिंग हले भी होती है, but still थोड़ा जा अगर मीटर लगाओ उसके ऊपर या लोगों को थोड़ा जा अवेयर करो। पिंडा खास करके पिंडा की गल कर रहे हैं। Then segregation of waste water into black water and grey water है कभी किसी टाइम ते सी जो सिर्फ ग्रे वाटर यानी कि जो टॉयलेट वाला पानी नहीं इन्वॉल्व है, मिक्स नहीं है। ग्रे वाटर जो किचन तो आ रहा है या बाथरूम तो आ रहा है, वॉश बेसिन तो आ रहा है, अगर किसी तरह इनू असी सैग्रीगेट कर सकिए है कहना सौखा है। स्टिल आई एडमिट दैट ऐसी कहना सौखा है, करना है सौखा, बट adoption is a very big issue। अगर मैं कहूँ कि मैनू मेरे घर कहेगा कि भी तुसी अपना इदा कर दो, सैपरेट कर दो, तो शायद मैं भी इनू नहीं मनागा फर्स्ट स्टेज पे। हाँ बट लेकिन हो रहा है, बहुत सिटीज बहुत कंट्रीज हो रहा है, खास करके रूरल एरिया। रूरल एरिया क्यों असी स्ट्रेस कर रहे हैं रूरल एरिया ਨੂੰ क्यों मतलब असी कोशिश की सिटीज ਦੇ ਵਿੱਚ मैं जिथे रहना या तुसी आजकल तकरीबन सारे सिटीज ਚ ਅਸੀਂ जिथे रहने ਅਸੀਂ वेस्ट वाटर प्रोड्यूस कर रहे हो, मेरे घर तो 4 किलोमीटर दूर चला गया, ਉਹਦਾ ਕੀ ਹੋ ਰਿਹਾ कुछ भी होए, आई एम नॉट कंसर्न। एटलीस्ट वो वेस्ट वाटर हाँ मैं चाहवागा कि वो साफ हो अच्छी तरह, लेकिन वो मेरे घर के कोल नहीं है, वो वेस्ट वाटर घट्टो घट मैं दिख नहीं रहा। और कहते कि जी चीज ओले होगी वो चीज बस ठीक है, हो गया वो सब कुछ ओके है जी, गुड है। लेकिन पिंडा च वेस्ट वाटर दूर नहीं जा रहा, वो थोड़े छप्पड़ च जा रहा। छप्पड़ कितना दूर है थोड़े घर तो दूर, सब तो दूर घर तो भी आधा किलोमीटर होगा, उस तो भी घट ही होगा। इस करके वो उत्थे ही है, तुहानू दिख रहा है। That's why black water और grey water ਨੂੰ ਸੈਪਰੇਟ ਕਰਨਾ ਜ਼ਰੂਰੀ ਹੈ। ਅਗਰ ਇਹ ਸੈਪਰੇਟ ਕਰ ਲੈਣੇ ਆ ਫਿਰ ਤਾਂ ਤੁਹਾਡੇ ਛੱਪੜ ਦੀ ਨੁਹਾਰ ਬਦਲਦੇ ਦੇਰ ਨਹੀਂ ਲੱਗੇਗੀ। ਆ ਬਲੈਕ ਵਾਟਰ ਦਾ ਕੀ ਕਰਨਾ ਹੈ, ਬਲੈਕ ਵਾਟਰ ਨੂੰ ਤੁਸੀਂ ਬਾਇਓਗੈਸ ਵੱਲ ਕਨਵਰਟ ਕਰ ਸਕਦੇ ਹੋ, ਉਧਰ ਡਾਈਵਰਟ ਕਰ ਸਕਦੇ ਹੋ। ਸਟਿਲ ਅਗਰ ਇਹ ਚੀਜ਼ ਨਹੀਂ ਪੋਸੀਬਲ, ਈਵਨ ਦੈਨ ਕੋਈ ਗੱਲ ਨਹੀਂ, ਇੱਕ ਕੰਮ ਕਰ ਸਕਦੇ ਆ, ਕੈਟਲ ਸ਼ੈਡ ਵੇਸਟ ਵਾਟਰ ਜਿਹੜਾ ਹੈ, ਜਿਹੜਾ ਤੁਹਾਡਾ ਜਿੱਥੇ ਤੁਹਾਡੀ ਕੈਟਲ ਹੈ, ਡੰਗਰ ਹੈ, ਐਟਲੀਸਟ ਉਹਦੇ ਪਾਣੀ ਨੂੰ ਤੁਸੀਂ सैप्टिक टैंक सोक पिट चो पास करो ताकि थोड़ा जिहा साफ होके ही छप्पड़ तक पहुंचे। कई चीज़ां ਉਹਦੇ ਚੋਂ हट जाएंगी, ਉਹਦੀ जो ऑर्गेनिक स्ट्रेंथ है थोड़ी घट होगी। रोड साइड ड्रेन्स यानी कि कुछ प्रोवाइड कर दो तुसी प्रॉपर, ਇਹ ਵੀ ਅਸੀਂ कोशिश ਕੀਤੀ है कि ਕਰਨ ਦੀ। एंड देन दिस इज द रूरल वाटर मैनेजमेंट मॉडल विच वी मतलब ਅਸੀਂ ਲੈ ਕੇ आएगी। ट्रीटमेंट अगर वाटर का पॉसिबल है कर दो, बट अगर तुसी ग्राउंड वाटर यूज कर रहे हो फ्रॉम सफिशिएंट डेप्थ देन ओनली क्लोरीनेशन इज सफिशिएंट। हाँ अगर सरफेस वाटर यूज कर रहे हो देन यू नीड टू गो फॉर ट्रीटमेंट। देन फ्रेश वाटर ड्रिंकिंग वाटर ह्यूमन सेटलमेंट आ गया, रेन वाटर को हार्वेस्ट कर सकते हो, जितना हार्वेस्ट कर सकते हो वाटर टैंक है, लेकिन वो पानी उत्थे घट है और वो लोग वाटर टैंक को बहुत ही बखूबी यूज कर रहे हैं टू कलेक्ट द रेन वाटर एंड टू फर्दर यूज इट। दैन ड्रेनेज सिस्टम विलेज पॉन्ड ਨੂੰ थोड़ा जिहा ਅਸੀਂ ਸੁਧਾਰਾਂਗੇ, और अगर वो सुधर गया तो फिर वो ग्राउंड वाटर रिचार्जिंग ਦੇ ਵੀ ਕੰਮ ਆ ਸਕਦਾ। ਨਾ किस तरह ਨੂੰ ਕਰਾਂਗੇ जी, कुछ ना ट्रीटमेंट करांगे, ट्रीटमेंट ऑफ द रिसीव्ड स्ट्रॉन्ग वाटर एंड ग्रे वाटर, मेकिंग अवेलेबल ऑफ द ट्रीटेड वाटर फॉर रीयूज एज रिक्लेम्ड वाटर। अगर यह सब कुछ असी विलेज पॉन्ड च कर लेने हैं। दैन प्रोसैसिंग द पॉन्ड वाटर फॉर डिस्पोजल थ्रू ग्राउंड वाटर रिचार्जिंग।
and groundwater recharging of the excess pond water. Not always the groundwater will be adopted, groundwater recharging will be adopted. ਜੇ ਬਹੁਤ ਜ਼ਿਆਦਾ ਪਾਣੀ ਆ ਗਿਆ, ਬਹੁਤ ਬਾਰਿਸ਼ ਹੋ ਗਈ, ਅਸੀਂ ਉਦੋਂ ਹੀ ਜਾਵਾਂਗੇ, ਕਿਉਂਕਿ ਗਰਾਊਂਡ ਵਾਟਰ ਰਿਚਾਰਜਿੰਗ ਦੇ ਆਪਣੇ ਕਈ ਇਸ਼ੂਜ਼ ਉਹਦੇ ਨਾਲ ਇਨਵੋਲਵ ਹੁੰਦੇ ਨੇ. Then we conceptualize the village pond. Storm water and grey water. I am using the word grey water, but चलो ਅਸੀਂ ਮੰਨ ਲਿਆ ਨਹੀਂ ਕਰ ਸਕਦੇ, ਇਹਨੂੰ black water ਵੀ ਅਸੀਂ ਕਰ ਸਕਦੇ ਹਾਂ, ਲਿਖ ਸਕਦੇ ਹਾਂ. Storm water and waste water basically. Storm water, waste water. Catch basin एक लगा दो, कुछ floating material ਇਹਦੇ ਚੋਂ remove हो जाएगा. Then constructed wetland strip, wetland कोई free water surface wetland you can go for free, मतलब simple ਉਹਦੇ ਬੂਟੇ ਲਗਾ ਦੋ, water flow कर रहे हैं ਉਹਦੇ ਚ, और ਉਹਦੇ ਚੋਂ कुछ organic material definitely remove होएगा. Facultative pond, ਇਹਦਾ ਬਹੁਤ ਵੱਡਾ ਰੋਲ ਹੈ. ਇਹ ਸਾਰਾ ਕੁਝ ਹੈ ਕਿੱਥੇ? ਇਹ ਸਾਰਾ ਕੁਝ ਇੱਕ ਪੌਂਡ ਦੇ ਵਿੱਚ ਹੈ, ਕੋਈ ਜਗ੍ਹਾ ਨਵੀਂ ਨਹੀਂ ਚਾਹੀਦੀ ਸਾਨੂੰ, ਇਹ ਸਾਰਾ ਕੁਝ ਪੌਂਡ ਦੇ ਵਿੱਚ ਹੀ ਹੈ. ਜੋ ਤੁਹਾਡਾ ਪੌਂਡ ਹੈ ਉਹਨੂੰ ਤੁਸੀਂ ਥੋੜਾ ਜਿਹਾ ਇੰਪਰੂਵ ਕਰਕੇ ਫੈਕਲਟੇਟਿਵ ਪੌਂਡ ਦੀ ਸ਼ੇਪ ਦੇ ਦਿਓ. ਉਸ ਤੋਂ ਬਾਅਦ ਇੱਕ ਰਫਿੰਗ ਫਿਲਟਰ ਇੱਥੇ ਲਗਾਉਣਾ ਪਏਗੀ ਸਟ੍ਰਿਪ ਜੀ. ਔਰ ਦੈਨ ਫਾਈਨਲੀ ਦਿਸ ਏਰੀਆ ਇਜ਼, ਇਹ ਪਾਣੀ ਤੁਹਾਡਾ ਫਿਲਟਰ ਹੋ ਗਿਆ, ਇੰਨਾ ਫਿਲਟਰ ਹੋ ਗਿਆ ਕਿ ਇਹਨੂੰ ਅਸੀਂ ਇਰੀਗੇਸ਼ਨ ਵਾਸਤੇ ਯੂਜ਼ ਕਰ ਸਕਦੇ ਹਾਂ. ਬਾਕੀ ਐਗਜ਼ੈਕਟ ਇਰੀਗੇਸ਼ਨ ਪੈਰਾਮੀਟਰ ਲਈ ਤਾਂ ਡੈਫੀਨਿਟਲੀ ਵੀ ਵਿਲ ਗੋ ਫॉर ਟੈਸਟਿੰਗ. ਲੇਕਿਨ ਇੰਨਾ ਕੁ ਸਾਫ਼ ਹੈ ਕਿ ਤੁਸੀਂ ਪਹਿਲਾਂ ਤਾਂ ਤੁਸੀਂ ਸਿੱਧਾ ਮੋਟਰਾਂ ਹੀ ਪਾ ਰਹੇ ਸੀ ਨਾ, ਉਸ ਤੋਂ ਜ਼ਿਆਦਾ ਹੀ ਸਾਫ਼, ਡੈਫੀਨਿਟਲੀ ਉਸ ਤੋਂ ਜ਼ਿਆਦਾ ਸਾਫ਼. ਰਫਿੰਗ ਫਿਲਟਰ ਸਰ ਇਹ ਹੁੰਦਾ ਜੀ, ਅਲੱਗ-ਅਲੱਗ ਸਾਈਜ਼ ਦੇ ਗ੍ਰੈਵਲਸ ਹੁੰਦੇ ਨੇ, ਉਹਨਾਂ ਦੀ ਇੱਕ ਲੇਅਰ ਹੁੰਦੀ ਹੈ, ਔਰ ਉਸ ਤੋਂ ਬਾਅਦ ਅਸੀਂ ਉਹਨੂੰ ਉਹ 'ਚ ਪਾਸ ਕਰਦੇ ਹਾਂ. ਇਹ 'ਚ ਸੈਂਡ ਇਨਵੋਲਵ ਨਹੀਂ ਹੈ, ਸੈਂਡ ਇਨਵੋਲਵ ਦਾ ਫਲੋ ਰੇਟ ਤਾਂ ਕਰਕੇ ਥੋੜਾ ਜ਼ਿਆਦਾ ਹੁੰਦਾ. अगर ਤੁਹਾਡੇ ਕੋਲ ਪਾਣੀ ਜ਼ਿਆਦਾ ਆ ਗਿਆ, ਬਾਰਿਸ਼ ਆ ਗਈ, ਬਾਰਿਸ਼ ਡੈਫੀਨਿਟਲੀ ਪਾਣੀ ਜ਼ਿਆਦਾ ਆਏਗਾ, ਜਾਂ ਤਾਂ ਫਿਰ ਓਵਰਫਲੋ ਕਰੇਗਾ, ਜਾਂ ਫਿਰ ਤੁਸੀਂ ਸਲੋ ਸੈਂਡ ਫਿਲਟਰ, ਇੱਥੇ ਇੱਕ ਸੈਂਡ ਫਿਲਟਰ ਲਗਾਵਾਂਗੇ ਔਰ ਉਹ ਰਿਚਾਰਜ ਹੋ ਕੇ ਇੱਕ ਰਿਚਾਰਜ ਵੈਲ ਲਗਾਵਾਂਗੇ. ਇੱਕ ਅਗਲੀ ਪਿਕਚਰ ਸ਼ਾਇਦ ਇਹਦੇ 'ਚ ਥੋੜਾ ਜਿਹਾ ਕਲੀਅਰ ਹੋਏਗਾ ਜ਼ਿਆਦਾ. ਦਿਸ ਇਜ਼ ਫੈਕਲਟੇਟਿਵ ਪੌਂਡ, this sectional view. Water is going, these are three different levels of water in the facultative pond. अलग अलग, जो बारिश आ गई 90% storm water आ गया तो वो इतने तक पानी पहुंच जाएगा, जो बिल्कुल पानी घट है तो इतने तक होएगा. और पानी इस तो बाद अगर इतने तक है पानी तो पानी आगे नहीं मूव करेगा. When water is here at this level, maximum dry weather level, तो फिर पानी आगे मूव करके एयर रफिंग फिल्टर है जी, अलग अलग साइज के लेयर्स, लेवल्स की लेयर्स है, ये जो पास करेगा, then it will rise और फिर इतने जाके जरा filtered water reservoir ਅਸੀਂ ਦੇਖ ਰਹੇ ਸੀ ਇੱਥੇ ਸਟੋਰ ਹੋ ਜਾਏ. अगर पानी इथों, then water can be used for irrigation purpose. अगर पानी ज़्यादा हो गया, then it will move to the slow sand filter, इथों जाएगा, then again rise and then recharge well, or more accurately a Vadose zone well is provided. मतलब ਉੱਥੋਂ ਤੱਕ ਜਾ ਰਿਹਾ, ਬਿਲਕੁਲ ਨਹੀਂ ਥੱਲੇ ਜਾ ਰਿਹਾ, Vadose zone ਹੁੰਦੀ ਹੈ ਸਾਡੇ ਸਬ ਸਰਫੇਸ, ਉੱਥੋਂ ਤੱਕ ਜਾਏਗਾ and we will put the water into here. ਇਹ ਸਿਰਫ ਉਸ ਕੇਸ 'ਚ ਜਦੋਂ ਬਾਰਿਸ਼ ਬਹੁਤ ਜ਼ਿਆਦਾ ਹੋਏਗੀ, ਬਹੁਤ ਜ਼ਿਆਦਾ ਬਾਰਿਸ਼ ਵਾਲੇ ਦਿਨਾਂ 'ਚ. Then just two villages, ਮੈਂ ਦੋ ਪਿੰਡਾਂ ਦਾ ਤੁਹਾਨੂੰ ਦਿਖਾਵਾਂਗਾ ਕਿ ਇਹ ਤਾਇਪੁਰ ਪਿੰਡ ਇੱਕ ਕਪੂਰਥਲੇ ਦੇ ਕੋਲ ਹੈ, ਔਰ ਇਹ ਜੋ ਐਕਚੁਅਲ ਦਾ ਉਹਨਾਂ ਦਾ ਛੱਪੜ ਦਾ ਏਰੀਆ ਹੈ, ਇਹ ਸਾਰਾ ਮਿਲਾ ਕੇ ਅਸੀਂ ਉੱਥੇ ਲਗਾਇਆ ਦੀ ਸੈਂਸ ਕਿ ਵੀ ਪ੍ਰਪੋਜ਼ ਦੈਮ ਕਿ ਇਹ ਤੁਸੀਂ ਇੱਦਾਂ ਲਗਾ ਸਕਦੇ. ਦੈਨ ਇਹ ਸਭ ਤੋਂ ਛੋਟਾ ਪਿੰਡ ਸੀ ਸਾਡੇ ਕੰਮ ਦਾ, 600 ਪੋਪੂਲੇਸ਼ਨ ਸੀ ਇਹਨਾਂ ਦੀ. ਇਹ ਸਭ ਤੋਂ ਵੱਡਾ ਪਿੰਡ ਸੀਗਾ ਸਮਰਾਈ, ਹੈ ਵੀ ਫਗਵਾੜੇ ਕੋਲ ਹੈ, ਔਰ ਇਹਦੀ ਪੋਪੂਲੇਸ਼ਨ ਸੀਗੀ ਕੋਈ 2500 ਦੇ ਕਰੀਬ. ਇਹਨਾਂ ਦਾ ਇੱਥੇ ਕੀ ਸੀਗਾ ਕਿ ਪਿੰਡ ਛੱਪੜ ਦਾ ਏਰੀਆ ਵਾਲਾ ਹੈ, ਜਿਹੜਾ ਤੁਸੀਂ ਥੱਲੇ ਦੇਖ ਰਹੇ ਹੋ, ਅੰਦਰ ਦੇਖ ਰਹੇ ਹੋ ਡਾਟਡ, ਇੱਥੇ ਸਾਨੂੰ ਜ਼ਿਆਦਾ ਏਰੀਆ ਦੀ ਲੋੜ ਪਈ. ਸੋ ਅਸੀਂ ਕਿਹਾ ਕਿ ਵੀ ਨਹੀਂ, ਸਾਨੂੰ ਥੋੜਾ ਜ਼ਿਆਦਾ ਏਰੀਆ, ਇੰਨਾ ਏਰੀਆ ਦਾ ਅਸੀਂ 10 ਪਿੰਡ ਕੰਮ ਕੀਤਾ. 10 ਪਿੰਡਾਂ ਚੋਂ ਕਿਸੇ ਵੀ ਪਿੰਡ ਜੋ ਮੈਕਸਿਮਮ ਏਰੀਆ ਸਾਨੂੰ ਚਾਹੀਦਾ ਸੀ, ਦੈਟ ਇਜ਼ 1.5 ਏਕੜ, ਮਤਲਬ 1.5 ਕਿੱਲੇ ਦੇ ਕਰੀਬ, ਔਰ ਮੈਕਸਿਮਮ ਏਰੀਆ ਸੀਗਾ. ਬਾਕੀ 4-5 ਪਿੰਡਾਂ ਦਾ ਉਹ ਜੋ ਛੱਪੜ ਦਾ ਸਾਈਜ਼ ਸੀਗਾ ਉਹਦੇ 'ਚ ਹੀ ਸਾਡਾ ਸਿਸਟਮ ਬਿਲਕੁਲ ਫਿੱਟ ਹੋ ਗਿਆ. ਸੋ 1.5 ਕਿੱਲਾ ਮੈਨੂੰ ਨਹੀਂ ਲੱਗਦਾ ਕਿ ਪਿੰਡਾਂ 'ਚ ਕੋਈ ਜ਼ਿਆਦਾ ਪ੍ਰੋਬਲਮ ਹੈ 1.5 ਕਿੱਲੇ ਦੇ ਨਾਲ. ਸੋ ਐਂਡ this picture shows ਜੋ ਅਸੀਂ ਕਰ ਰਹੇ ਹਾਂ, not exactly what we were doing, but ਲੇਕਿਨ ਇੱਕ NGO ਹੈ, ਉਹਨੇ ਬੁੱਢੇਵਾਲ ਲੁਧਿਆਣੇ ਦੇ ਨੇੜੇ, ਉੱਥੇ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ, ਔਰ ਉਹਨਾਂ ਨੇ ਸਾਨੂੰ ਬੁਲਾਇਆ ਕਿ
ਅਸੀਂ ਇਹ ਕੰਮ ਕਰ ਰਹੇ ਹਾਂ ਜੀ ਛੱਪੜ ਦੇ ਵਿੱਚ ਅੰਡਰ CSR ਇਹ ਕੰਮ ਕਰ ਰਹੇ ਹਾਂ ਜੀ। ਤੁਸੀਂ ਆ ਕੇ ਇਹਨੂੰ ਥੋੜਾ ਜਿਹਾ ਦੇਖੋ, ਚੈੱਕ ਕਰੋ ਇਹਨਾਂ ਨੂੰ। तो इन्होंने लाइनिंग देखो तुसी लगाई हुई है और दिस इज द इनलेट ऑफ द वाटर जिथों पानी आएगा वेस्ट वाटर जिन्हों कह दें असीं या स्ट्रॉन्ग वाटर इथों पानी आएगा इत्थे वो फिल होएगा। और यह जिहड़े तुसी देख रहे हो यह रिचार्जिंग वैल और जिहड़े होल देख रहे हो तुसी इथों पानी अंदर रिचार्जिंग वैल ते जाएगा। तो असीं उन्होंने कुछ एडवाइस किया कि यह होल थोड़ा ऊपर थल्ले ऊपर कर लो तुसी, ये बहुत थल्ले है ताकि सिल्ट ना उहदे नाल चली जाए अंदर। और प्लस क्योंकि पानी इतने स्ट्रॉन्ग वाटर का भी आना है दैन पेस्टिसाइड और फर्टिलाइजर की टेस्टिंग करनी भी थोड़ी जी जरूरी है। सो फाइनली वे फॉरवर्ड की है रास्ता की साडे कोल ये कि जो असीं इदां दे काम कर रहे हैं एंड आई एम नॉट अलोन हु इज वर्किंग इन दिस फील्ड। साडे कोल कई एग्जांपल है, पन्नू साहब तो जानते होंगे, शर्मा जी जानते होंगे, कई होर असीं सारे शायद जानते हुए सीचेवाल मॉडल है ਉਹਦੇ ਉੱਪਰ ਕੰਮ ਹੋ ਰਿਹਾ ਹੈ। ਹੋਰ ਵੀ ਕਈ ਲੋਕ ਜਿਵੇਂ ਹੁਣ ਮੈਂ ਤੁਹਾਨੂੰ ਜਸਟ ਦੱਸਿਆ ਕਿ ਇਹ ਬੰਦੇ ਸਾਡੇ ਕੋਲ ਆ ਗਏ ਜੀ ਇਹ ਕੰਮ ਕਰ ਰਹੇ ਨੇ। ਸੋ ਜੋ ਵੀ ਅਸੀਂ ਕੰਮ ਕਰ ਰਹੇ ਹਾਂ ਅਗਰ ਪ੍ਰੋਪਰ ਤਰੀਕੇ ਨਾਲ ਚੱਲ ਰਹੀ ਹੈ। ਸੀਚੇਵਾਲ ਮॉडल हैज इट्स ओन लिमिटेशन सम लिमिटेशन ਉਹ ਇੱਕ ਅਲੱਗ ਚੀਜ਼ ਹੈ ਕਿ ਉਹ ਕੀ ਹੈ। ਉਹਨੂੰ ਅਸੀਂ ਥੋੜਾ ਜਿਹਾ ਅਗਰ ਅਸੀਂ ਕੰਸੋਲੀਡੇਟ ਕਰ ਲਈਏ ਕਿ ਅਸੀਂ ਇੱਕ ਲਾਈਨ ਪ੍ਰੋਟੋਕੋਲ ਬਣਾ ਲਈਏ ਕਿ ਹਾਂ ਇੱਦਾਂ ਪ੍ਰੋਸੀਡ ਕਰਨਾ ਹੈ ਅਸੀਂ ਜਦੋਂ ਵੀ ਛੱਪੜਾਂ ਦਾ ਕੰਮ ਆਏਗਾ ਇਹ ਚੀਜ਼ ਹੋ ਸਕਦੀ ਹੈ। एक सोल्यूशन नहीं है जरूरी कि फिट हो जाएगा बट स्टिल एक प्रोटोकॉल का हो सकता है। एक प्रोटोकॉल की 2 ब्रांचेस हो सकती हैं, 3 ब्रांचेस हो सकती हैं। मॉडलिंग ऑफ द ग्राउंड वाटर रिचार्जिंग प्रोसेस, अगेन ग्राउंड वाटर रिचार्जिंग इज इन्वॉल्व और ग्राउंड वाटर रिचार्जिंग एक बड़ा कॉम्प्लेक्स इशू है। ਅਸੀਂ ਕਹਿ ਤਾਂ ਦਿੰਦੇ ਹਾਂ ਕਿ ਅਸੀਂ ਕਰ ਦਾਂਗੇ ਬਟ ਇਟ ਇਜ਼ ਅ ਕੰਪਲੈਕਸ ਇਸ਼ੂ। ਸੋ ਉਹਦੀ ਮॉडलिंग ਹੋਣਾ ਬਹੁਤ ਜ਼ਰੂਰੀ ਹੈ ਇਹਦੇ 'ਚ ਔਰ ਅਗਰ ਅਸੀਂ ਇਹਨੂੰ ਰੈਪਲੀਕੇਟ ਕਰ ਸਕੀਏ ਤਾਂ ਘੱਟੋ ਘੱਟ ਅਸੀਂ ਆਪਣੇ ਛੱਪੜ ਤਾਂ ਥੋੜਾ ਜਿਹਾ ਬਚਾ ਹੀ ਸਕਦੇ ਹਾਂ। ਨਾਓ इन दी लास्ट क्योंकि बुढ़े दरिया के ऊपर काम गल चल रही है तो बुढ़े दरिया के ऊपर असी भी मेरे स्टूडेंट्स ने काम किया 10 साल 11 साल पहला सब्जियां के ऊपर काम किया सीगा। दैन एक स्टूडेंट ने जिन्ना भी बुढ़े दरिया का रास्ता है लुधियाने के विचों ਉਹਦੇ अराउंड वाटर सैंपल्स ले सी असी ट्यूबवैल्स तो नॉट ट्यूबवैल्स बट हैंड पंप्स तो ਉਹਦੀ सैंपलिंग की टेस्टिंग की सी असी मॉनिटरिंग की सी। तो इतना के कुछ काम ਅਸੀਂ ਵੀ ਕਰ ਰਹੇ हैं बट और recently we have slightly diverted on the chappads. So this was all about. Thank you. Very good and practical knowledge sharing, and there is scope. I find scope that we could coordinate with him. We could take his advice on different matters also. This was very practical and we all understood it well, not so technical. So now we are taking lunch break. Langar is there at the same place where we had tea. So and then as soon as we finish, we will start our next session. Thank you very much.